ਪਹਿਲਾਂ ਤਾਂ ਇੰਟਰਸਟਿੰਗਲੀ ਆਈ ਡੋਂਟ ਨੋ ਇਫ ਆਰ ਵਿਊਅਰਸ ਨੋ ਦਿਸ ਬਟ ਜਿੰਨੇ ਲੋਕ ਸ਼ਰਾਬ ਦੀ ਬਿਮਾਰੀਆਂ ਤੋਂ ਪੀੜਿਤ ਨੇ ਬਾਕੀ ਸਾਰੇ ਨਸ਼ਿਆਂ ਨੂੰ ਕੰਬਾਈਨ ਕਰ ਲਈਏ ਤਾਂ ਵੀ ਲੈਸ ਦੈਨ ਹਾਫ ਕੇਸਿਸ ਸਾਡੇ ਸਾਹਮਣੇ ਆਣਗੇ। ਹੁਣ ਜੇ ਆਪਾਂ ਇੱਕ ਲੇਮੈਨ ਨੂੰ ਸਮਝਾਈਏ ਦੁਬਾਰਾ ਤੋਂ ਡੀਕੋਡ ਕਰਕੇ ਇਹਨੂੰ ਸਿੰਪਲੀਫਾਈ ਕਰੀਏ ਕਿ ਨਸ਼ਾ ਛਡਾਓ ਕੇਂਦਰ ਇਹਦੀ ਜਦੋਂ ਨਾਮ ਬੋਲਦੇ ਆ ਤੇ ਜਿਹੜੀ ਤਸਵੀਰ ਮੇਰੇ ਜ਼ਿਹਨ ਚ ਆਉਂਦੀ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ, ਫਿਰ ਤੁਸੀਂ ਦੱਸਿਓ ਕਿ ਇਹ ਕਰੈਕਟ ਹੈ ਜਾਂ ਨਹੀਂ। ਮੇਰੇ ਜ਼ਿਹਨ ਚ ਆਉਂਦੀ ਹੈ ਇੱਕ ਮੰਜੇ ਦੇ ਨਾਲ ਸੰਗਲ ਨਾਲ ਬੰਨਿਆ ਹੋਇਆ ਇੱਕ ਯੰਗ ਮੁੰਡਾ ਜਿਹੜਾ ਉਹਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਹੈ, ਤੜਪ ਹੈ ਕਿਉਂਕਿ ਉਹਨੂੰ ਸ਼ਾਇਦ ਨਸ਼ੇ ਦੀ ਤੋੜ ਹੈ। ਮੇਰੇ ਜ਼ਿਹਨ 'ਚ ਇਹ ਤਸਵੀਰ ਨਜ਼ਰ ਆਉਂਦੀ ਹੈ ਕਿ ਇੱਕ ਜੰਜੀਰ ਨਾਲ ਬੰਨਿਆ ਹੋਇਆ ਮੁੰਡਾ ਜਿਹਨੂੰ ਨਸ਼ਾ ਛਡਾਉਣ ਲਈ ਕੋਈ ਨਸ਼ੇ ਦੀ ਗੋਲੀ ਦਿੱਤੀ ਜਾਂਦੀ ਹੈ। ਸੋ ਸੱਚਾਈ ਤੋਂ ਕਿੰਨੀ ਕੁ ਦੂਰ ਆ ਮੈਂ ਜਾਂ ਕਿੰਨੀ ਨੇੜੇ ਆ? ਜੇ ਅਸੀਂ ਗੱਲ ਕਰ ਰਹੇ ਹਾਂ ਬੰਦੇ ਸੰਗਲ ਨਾਲ ਬੰਨੇ ਹੋਏ, ਇਹੋ ਜਿਹੇ ਕੇਸਿਸ ਰਿਪੋਰਟ ਹੋਏ ਨੇ ਇਨ ਦ ਪਾਸਟ ਜਿੱਥੇ ਬਿਨਾਂ ਲਾਇਸੈਂਸ ਦੇ ਲੋਕਾਂ ਨੇ ਕਮਰਿਆਂ ਵਿੱਚ ਐਡਿਕਟਸ ਨੂੰ ਬੰਨ੍ਹ ਕੇ ਹਿਊਮਨ ਰਾਈਟਸ ਵਾਇਲੇਟ ਕਰਕੇ ਮਾਰ ਕੁਟਾਈ ਕਰਕੇ ਜ਼ਬਰਦਸਤੀ ਰੱਖਿਆ ਹੋਇਆ ਸੀ ਤੇ ਕਾਫੀ ਸਰਕਾਰੀ ਟੀਮਾਂ ਨੇ ਜਾ ਕੇ ਉਹ ਸੈਂਟਰ ਬੰਦ ਵੀ ਕੀਤੇ, ਉਹਨਾਂ ਲੋਕਾਂ ਨੂੰ ਉੱਥੇ ਛੁਡਾਇਆ ਵੀ। ਸੋ ਉਹ ਚੀਜ਼ ਹੁਣ ਓਵਰ ਦ ਲਾਸਟ 6 months year 2 years has significantly reduced ਤੇ ਜਦੋਂ ਵੀ ਡਿਸਟ੍ਰਿਕਟਸ ਨੂੰ ਕੰਪਲੇਂਟਸ ਪਹੁੰਚਦੀਆਂ ਨੇ ਕਿ ਇਹ ਜਿਹੇ ਇਲੀਗਲ ਸੈਂਟਰਸ ਚੱਲ ਰਹੇ ਨੇ ਉਹ ਟੀਮ ਲੈ ਕੇ ਇਮੀਡੀਏਟਲੀ ਉਹਨਾਂ ਨੂੰ ਬੰਦ ਕਰਨ ਜਾਂਦੇ ਆ। ਸੋ ਇੱਕ ਬੰਦਾ ਜਿਹੜਾ ਚਿੱਟੇ ਦੀ ਤੋੜ ਜਾਂ ਭੁੱਕੀ ਦੀ ਕਿਸੇ ਵੀ ਓਪੀਓਇਡ ਦੀ ਅਸੀਂ ਤੋੜ ਦੀ ਗੱਲ ਕਰੀਏ ਤਾਂ ਉਹਦਾ 3 ਤੋਂ 4 ਘੰਟੇ ਦਾ ਸਾਈਕਲ ਹੁੰਦਾ। ਉਹ ਨਸ਼ਾ ਕਰਦਾ 2-3 ਘੰਟੇ ਉਹਦੇ ਠੀਕ ਜਾਂਦੇ ਆ, ਫਿਰ ਉਹਨੂੰ ਤੋੜ ਛਿੜਦੀ ਆ, ਫਿਰ ਉਹ ਕਿਤੇ ਇੱਧਰ ਉੱਧਰ ਭੱਜਦਾ, ਨਸ਼ੇ ਦਾ ਜੁਗਾੜ ਕਰਦਾ, ਫਿਰ ਲਾਉਂਦਾ, ਫਿਰ ਉਹ 1-2 ਘੰਟੇ ਠੀਕ ਰਹਿੰਦਾ। ਪੂਰਾ ਦਿਨ ਉਹਦਾ ਇਸ ਨਸ਼ੇ ਦੇ ਸਾਈਕਲ 'ਚ ਨਿਕਲ ਰਿਹਾ। ਵੇਅਰਐਜ਼ ਇੱਕ ਬੰਦਾ ਉਹਨੂੰ ਅਸੀਂ ਬਿਊਪਰਨੋਰਫਿਨ ਦਿੱਤੀ, ਉਹਨੇ 2 ਟੈਬਲੇਟਸ ਆਪਣੀਆਂ ਲਿੰਗੁਅਲੀ ਰੱਖੀਆਂ ਜੀਭ ਦੇ ਥੱਲੇ ਐਂਡ ਉਹ ਅਗਲੇ 1-1.5 ਦਿਨ ਲਈ ਹੀ ਇਜ਼ ਪ੍ਰੋਡਕਟਿਵ। So do you agree to the image that was created via ਉੜਤਾ ਪੰਜਾਬ ਜਾਂ ਬਹੁਤ ਸਾਰੇ ਹੋਰ ਸਟੇਟਸ ਨੇ ਜਿਹੜੇ even worse than ਪੰਜਾਬ ਨੇ ਸਾਡੀ ਬਦਨਾਮੀ ਜ਼ਿਆਦਾ ਹੋ ਗਈ ਹੈ? ਦੇਖੋ ਸੱਚਾਈ ਤਾਂ ਹੈਗੀ ਹੈ। ਹੁਣ ਆਪਾਂ ਕਹੀਏ ਕਿ ਤੁਸੀਂ ਘੱਟ ਮਾੜੇ ਹੋ ਅਸੀਂ ਜ਼ਿਆਦਾ ਮਾੜੇ ਹਾਂ, ਮਾੜੇ ਤਾਂ ਅਸੀਂ ਹੈਗੇ ਹਾਂ। ਸੋ ਉੜਤਾ ਪੰਜਾਬ ਦਾ ਪਿਕਚਰ ਇਟ ਪੇਂਟਡ ਆਫ ਕੋਰਸ ਬਾਲੀਵੁੱਡ ਨੇ ਉਹਨੂੰ ਥੋੜਾ ਥੀਏਟ੍ਰਿਕਲੀ ਐਗਜ਼ੈਜਰੇਟ ਕੀਤਾ ਬਟ देयर इज ਟਰੂਥ ਇਨ दैट। ਇੱਕ ਰਿਵਾਰਡ ਪਾਥਵੇ ਹੁੰਦਾ ਸਾਡੀ ਬ੍ਰੇਨ ਵਿੱਚ, ਜਦੋਂ ਵੀ ਅਸੀਂ ਕੋਈ ਪਲੇਜਰੇਬਲ ਐਕਟੀਵਿਟੀ ਵਿੱਚ ਪਾਰਟੇਕ ਕਰਦੇ ਆ ਉਹ ਡੋਪਾਮਾਈਨ ਰਿਲੀਜ਼ ਕਰਦਾ। ਨਾਰਮਲੀ ਜੇ ਮੰਨ ਲਓ 5% ਡੋਪਾਮਾਈਨ ਰਿਲੀਜ਼ ਹੁੰਦਾ ਫਰੋਮ ਐਨੀ ਪਲੇਜਰੇਬਲ ਐਕਟੀਵਿਟੀ, ਕੋਈ ਅਸੀਂ ਚੰਗਾ ਖਾਣਾ ਖਾ ਲਿਆ, ਅਸੀਂ ਕਿਤੇ ਘੁੰਮਣ ਚਲੇ ਗਏ, ਜਦੋਂ ਅਸੀਂ ਨਸ਼ਾ ਕਰਦੇ ਹਾਂ ਡੋਪਾਮਾਈਨ ਰਿਲੀਜ਼ 100% 150% ਤੱਕ ਚਲਾ ਜਾਂਦਾ। ਸੋ ਨੈਚੁਰਲੀ ਉਹ ਇੱਕ ਵਿਅਕਤੀ ਜਿਹਨੂੰ 150% ਦੀ ਆਦਤ ਪੈ ਗਈ ਹੈ ਉਹ ਨਾਰਮਲ ਚੀਜ਼ਾਂ 'ਚ ਖੁਸ਼ੀ ਲੱਭ ਹੀ ਨਹੀਂ ਪਾਉਂਦਾ। ਦੈਟ ਇਜ਼ ਅ ਪ੍ਰਾਇਮਰੀ ਰੀਜ਼ਨ ਕਿ ਉਹ ਬਾਰ-ਬਾਰ ਨਸ਼ੇ ਵੱਲ ਜਾ ਰਿਹਾ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਮਿਸ਼ਾ ਬਾਜਵਾ ਚੌਧਰੀ। ਡਰੱਗ ਇਹ ਸ਼ਬਦ ਜਦੋਂ ਆਪਾਂ ਬੋਲਦੇ ਹਾਂ ਪੰਜਾਬ ਦੇ ਵਿੱਚ ਤੇ ਸਾਰਿਆਂ ਦੀ ਅਟੈਂਸ਼ਨ ਉਸ ਸ਼ਬਦ ਵੱਲ ਚਲੀ ਜਾਂਦੀ ਹੈ ਕਿਉਂਕਿ ਪੰਜਾਬ ਨੇ ਪਿਛਲੇ ਕਈ ਦਹਾਕਿਆਂ ਤੋਂ ਇਸ ਦੀ ਮਾਰ ਯਾਨੀ ਡਰੱਗ ਦੀ ਮਾਰ ਝੇਲੀ ਹੈ। ਕੋਈ ਅਜਿਹਾ ਪਰਿਵਾਰ ਨਹੀਂ ਜਿਹਨੂੰ ਕੋਈ ਇਦਾਂ ਦਾ ਨਾਂ ਜਾਣਦਾ ਹੋਏ ਜਿਹਦੇ ਪਰਿਵਾਰ ਦਾ ਮੈਂਬਰ ਨਸ਼ਾ ਨਾ ਕਰਦਾ ਹੋਏ। ਇਹ ਇਸ ਖਤਰਨਾਕ ਹੱਦ ਤੱਕ ਸਾਡੇ ਪੰਜਾਬ ਦੀਆਂ ਜੜ੍ਹਾਂ 'ਚ ਵੜੀ ਹੋਈ ਹੈ ਪ੍ਰੋਬਲਮ ਕਿ ਸਰਕਾਰਾਂ ਆ ਰਹੀਆਂ ਨੇ, ਸਰਕਾਰਾਂ ਜਾ ਰਹੀਆਂ ਨੇ, ਪਰ ਇਸ ਸਮੱਸਿਆ ਦਾ ਕੋਈ ਹੱਲ, ਕੋਈ ਸਟੀਕ ਕਨਕਲੂਜਨ ਹਲੇ ਤੱਕ ਨਿਕਲਦਾ ਨਜ਼ਰ ਨਹੀਂ ਆ ਰਿਹਾ। ਮੇਰੇ ਨਾਲ ਅੱਜ ਮਹਿਮਾਨ ਨੇ, ਖਾਸ ਮਹਿਮਾਨ ਡਾਕਟਰ ਮਹਿਰਾਜ ਸੰਧੂ MBBS MD ਨੇ, ਜਿਹੜੇ ਕਿ ਇਸ ਡਰੱਗ ਮੈਨੇਸ ਨੂੰ ਲੈ ਕੇ ਜੋ ਕੁਝ ਸਵਾਲ ਮੇਰੇ ਜ਼ਿਹਨ 'ਚ ਨੇ, ਜੋ ਮੈਨੂੰ ਯਕੀਨ ਹੈ ਕਿ ਤੁਹਾਡੇ ਜ਼ਿਹਨ 'ਚ ਨੇ, ਉਹ ਤੁਹਾਡੇ ਬਿਹਾਫ 'ਤੇ ਮੈਂ ਅੱਜ ਡਾਕਟਰ ਸਾਹਿਬ ਨਾਲ ਤੋਂ ਪੁੱਛਣ ਦੀ, ਸਮਝਣ ਦੀ ਕੋਸ਼ਿਸ਼ ਕਰਾਂਗੀ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਡਰੱਗ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ? ਤੁਸੀਂ ਬਹੁਤ ਦੇਰ ਇਸ ਸੈਕਟਰ ਦੇ ਵਿੱਚ, ਡੀ ਐਡਿਕਸ਼ਨ ਸੈਕਟਰ ਦੇ ਵਿੱਚ ਵੀ ਕੰਮ ਕੀਤਾ ਹੈ। ਸੋ ਪਹਿਲਾਂ ਇਹ ਨਸ਼ਾ ਹੈ ਕੀ? ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਇਟਸ ਅ ਪਲੇਜ਼ਰ ਟੂ ਬੀ ਹੇਅਰ। ਸੋ when we talk about drugs ਜਾਂ ਜਦੋਂ ਅਸੀਂ ਡਰੱਗ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਡਿਫਾਈਨ ਕਰਨਾ ਬੜਾ ਜ਼ਰੂਰੀ ਹੈ ਕਿ ਨਸ਼ਾ ਹੈ ਕੀ। ਸੋ ਨਸ਼ਾ ਜੇ ਅਸੀਂ ਡਿਫਾਈਨ ਕਰੀਏ ਤਾਂ ਸਭ ਤੋਂ ਵੱਡਾ ਪੈਰਾਮੀਟਰ ਇਜ਼ ਸਮਥਿੰਗ ਦੈਟ ਇਜ਼ ਸੋਸ਼ਲੀ ਅਨਐਕਸੈਪਟੇਬਲ, ਯਾਨੀ ਕਿ ਸਮਾਜਿਕ ਸੰਸਥਾਵਾਂ ਤੇ ਸਮਾਜਿਕ ਤੌਰ ਤੇ ਉਹਨੂੰ ਐਕਸੈਪਟ ਨਹੀਂ ਕੀਤਾ ਜਾ ਰਿਹਾ ਕਿਸੇ ਤੌਰ ਤੇ। ਦੂਜਾ ਸਮਥਿੰਗ ਦੈਟ ਇਜ਼ ਕਾਜ਼ਿੰਗ ਯੂ ਬੋਡੀਲੀ ਹਾਰਮ ਔਰ ਫਾਈਨੈਂਸ਼ੀਅਲ ਹਾਰਮ, ਜੀ ਸਰੀਰਕ ਤੇ ਆਰਥਿਕ ਤੌਰ ਤੇ ਤੁਹਾਨੂੰ ਨੁਕਸਾਨ ਪਹੁੰਚਾ ਰਿਹਾ। ਨਸ਼ਾ ਚਾਹ ਵੀ ਹੈ, ਸਹੀ ਠੀਕ ਹੈ ਜੀ, ਨਸ਼ਾ ਚਾਹ ਵੀ ਹੈ, ਨਸ਼ਾ ਐਲਕੋਹਲ ਵੀ ਹੈ, ਨਸ਼ਾ ਤੁਹਾਡੀ ਸਿਗਰਟ ਵੀ ਹੈ, ਨਸ਼ਾ ਭੁੱਕੀ ਵੀ ਹੈ, ਚਿੱਟਾ ਵੀ ਹੈ, ਨਸ਼ਾ ਕੋਕੇਨ ਵੀ ਹੈ। ਸੋ all of these substances
cumulatively you can say are a part of the substance disorder spectrum. ਡਾਕਟਰ ਸਾਹਿਬ ਇਹਨੂੰ ਤੁਸੀਂ ਬੜਾ ਅੱਛਾ ਡਿਫਾਈਨ ਕੀਤਾ ਤੇ ਡਿਸਕ੍ਰਾਈਬ ਕੀਤਾ ਤੇ ਹੁਣ ਮੈਨੂੰ ਜ਼ਰਾ ਸਮਝਾਓ ਕਿ ਇਹ ਕੀ ਚੱਕਰ ਹੈ ਕਿ ਸ਼ਰਾਬ ਦੇ ਬਾਰੇ ਗੱਲ ਕਰਦੇ ਆ ਤੇ ਉਹਨੂੰ ਇੰਨਾ ਸੀਰੀਅਸਲੀ ਨਹੀਂ ਲੈਂਦੇ ਆਪਾਂ ਪੰਜਾਬੀ ਲੋਕ ਐਟਲੀਸਟ, ਕਿ ਸ਼ਰਾਬ ਦੇ ਬਾਰੇ ਜਦੋਂ ਗੱਲ ਕਰਦੇ ਆ ਤੇ ਇਦਾਂ ਲੱਗਦਾ ਕਿ ਜੇ ਕਿਸੇ ਚਾਹ ਤੇ ਜਾਂ ਕਾਫੀ ਦੀ ਗੱਲ ਕਰ ਰਹੇ ਆ, ਮਗਰ ਬਾਕੀ ਸਾਰੇ ਨਸ਼ਿਆਂ ਲਈ ਵੀ ਰੇਜ਼ ਆਰ ਆਈਬ੍ਰੋਜ਼। ਤੇ ਕੀ ਇਹ ਸ਼ਰਾਬ ਲਈ ਇੰਨਾ ਸੌਫਟ ਕਾਰਨਰ ਜਿਹੜਾ ਆਮ ਜਨਤਾ ਦੇ ਵਿੱਚ ਭਰ ਦਿੱਤਾ ਗਿਆ ਜਾਂ ਹੈਗਾ? ਪਹਿਲਾਂ ਤਾਂ ਇੰਟਰਸਟਿੰਗਲੀ ਆਈ ਡੋਨਟ ਨੋ ਇਫ ਆवर ਵਿਊਅਰਸ ਨੋ ਦਿਸ, ਬਟ ਜਿੰਨੇ ਲੋਕ ਸ਼ਰਾਬ ਦੀ ਬਿਮਾਰੀਆਂ ਤੋਂ ਪੀੜਿਤ ਨੇ, ਬਾਕੀ ਸਾਰੇ ਨਸ਼ਿਆਂ ਨੂੰ ਕੰਬਾਈਨ ਕਰ ਲਈਏ ਤਾਂ ਵੀ ਲੈਸ ਦੈਨ ਹਾਫ ਕੇਸਿਸ ਸਾਡੇ ਸਾਹਮਣੇ ਆਣਗੇ। ਐਲਕੋਹਲਿਕ ਲਿਵਰ ਡਿਜ਼ੀਜ਼ ਨਾਲ ਇਸ ਸਮੇਂ ਪੰਜਾਬ 'ਚ ਐਟਲੀਸਟ 40 ਲੱਖ ਬੰਦਾ ਲੜ ਰਿਹਾ। ਜਦ ਕਿ ਓਪੀਓਇਡਸ ਜਾਂ ਆਪਾਂ ਭੁੱਕੀ ਫੀਮ ਚਿੱਟਾ ਦੀ ਗੱਲ ਕਰੀਏ ਤਾਂ 11 ਲੱਖ ਦੇ ਆਸ-ਪਾਸ ਯੂਜ਼ਰਸ ਨੇ। ਬਾਕੀ ਜੇ ਅਸੀਂ ਸਬਸਟੈਂਸਸ ਲਈਏ 1.5 ਲੱਖ ਉਹਦੇ ਯੂਜ਼ਰਸ ਨੇ। ਜਿਹੜਾ ਤੁਹਾਡਾ ਸਵਾਲ ਹੈ ਕਿ ਅਸੀਂ ਐਲਕੋਹਲ ਦੀ ਇੱਕ ਸੌਫਟ ਕਾਰਨਰ ਕਿਉਂ ਹੈ, that comes back to my definition of what a drug is. Alcohol is socially acceptable. ਜੇ ਤੁਹਾਡੇ ਘਰੇ ਕੋਈ ਦਾਰੂ ਪੀਂਦਾ ਹੈ, ਅਸੀਂ ਗੈਸਟਸ ਨੂੰ ਵੀ ਆਫਰ ਕਰਦੇ ਹਾਂ, ਅਸੀਂ ਵਿਆਹਾਂ ਤੇ ਵੀ ਆਫਰ ਕਰਦੇ ਹਾਂ। ਇੱਕ ਸੋਸ਼ਲ ਐਕਸੈਪਟੇਬਿਲਿਟੀ ਬਣੀ ਹੋਈ ਹੈ, ਸਾਡਾ ਕਲਚਰ ਇਹੋ ਜਿਹਾ, ਅਸੀਂ ਇਹਨੂੰ ਸੈਲੀਬ੍ਰੇਟ ਕਰਦੇ ਹਾਂ, ਗਾਣਿਆਂ ਵਿੱਚ ਇਹਨੂੰ ਅਸੀਂ ਰੋਮੈਂਟਿਸਾਈਜ਼ ਕਰਦੇ ਹਾਂ। ਜਿੱਥੇ ਇੱਕ ਸਰਕਾਰੀ ਪੁਆਇੰਟ ਆਫ ਵਿਊ ਤੋਂ ਦੇਖੀਏ ਤਾਂ ਸਰਕਾਰ ਇਹਦੇ ਉੱਤੇ ਟੈਕਸ ਲਾਉਂਦੀ ਹੈ, ਸਰਕਾਰ ਇਹਦੇ ਚੋਂ ਪੈਸਾ ਵੀ ਕਮਾ ਰਹੀ ਹੈ। ਮੈਂ ਉਹੀ ਕਹਿਣ ਲੱਗੀ ਸੀ, ਫਿਰ ਮੈਂ ਸੋਚਿਆ ਕਿ ਤੁਹਾਡਾ ਪਰਸਪੈਕਟਿਵ ਬੇਸ਼ੱਕ ਇੱਥੇ ਲਵਾਂ ਨਾ ਲਵਾਂ, ਲੋਕਾਂ ਨੂੰ ਜ਼ਰੂਰ ਇਹਦੇ ਤੇ ਇੱਕ ਵਾਰੀ ਕਹਿਣਾ ਚਾਹਾਂਗੀ ਕਿ ਦੇਖੋ ਸੋਸ਼ਲੀ ਐਕਸੈਪਟੇਬਲ ਹੈ ਸ਼ਰਾਬ, ਪਰ ਕਦੀ ਸੋਚ ਕੇ ਦੇਖੀਏ ਕਿ ਇਹ ਸੋਸ਼ਲੀ ਐਕਸੈਪਟੇਬਲ ਹੋ ਕਿਉਂ ਪਾਈ? ਕਿਉਂਕਿ ਸਰਕਾਰ ਇਹਨੂੰ ਵਿਕਣ ਦੇ ਰਹੀ ਹੈ। ਬਾਕੀ ਚੀਜ਼ਾਂ ਨੂੰ ਦੇ ਉੱਤੇ ਹਾਏ ਤੌਬਾ ਮਚ ਜਾਂਦੀ ਹੈ ਕਿ ਜੇ ਚਿੱਟਾ ਵਿਕ ਰਿਹਾ ਹੋਵੇ ਜਾਂ ਕੋਈ ਹੈਰੋਇਨ ਚਰਸ ਵਿਕ ਰਹੀ ਹੋਵੇ ਤੇ ਅਸੀਂ ਵੀ ਹਾਏ ਤੌਬਾ ਮਚਾ ਦਿੰਦੇ ਹਾਂ ਕਿਉਂਕਿ ਸਰਕਾਰਾਂ ਹਾਏ ਤੌਬਾ ਮਚਾਉਂਦੀਆਂ। ਮਗਰ ਸ਼ਰਾਬ ਇੱਕ ਇੱਦਾਂ ਦੀ ਚੀਜ਼ ਹੈ ਜਿਹ ਤੋਂ ਸਰਕਾਰ ਆਪਣਾ ਮੁਨਾਫਾ ਦੇਖਦੀ ਹੈ ਤੇ ਗੁਨੇਗਾਰ ਤੇ ਕਿਤੇ ਨਾ ਕਿਤੇ ਸਰਕਾਰ ਵੀ ਹੋਈ। ਬਹਰਹਾਲ ਤੁਹਾਡੇ ਤੋਂ ਇਹਦਾ ਜਵਾਬ ਨਹੀਂ ਮੰਗਾਂਗੀ ਕਿਉਂਕਿ ਇਹ ਜਨਤਾ ਦੇ ਆਪਣੇ ਸੋਚਣ ਦੀ ਗੱਲ ਹੈ ਕਿ ਇੱਕ ਇੱਦਾਂ ਦੀ ਚੀਜ਼ ਹੈ ਜਿਹੜੀ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਕਿੰਨੀਆਂ ਜਾਨਾਂ ਨੂੰ ਲੀਲ ਚੁੱਕੀ ਹੈ ਤੇ ਕਈ ਮਰੀਜ਼ ਬਣਾ ਚੁੱਕੀ ਹੈ ਸ਼ਰਾਬ, ਬਟ ਉਹ ਸੋਸ਼ਲੀ ਐਕਸੈਪਟੇਬਲ ਹੈ ਬਿਕੋਜ਼ ਉਹ ਅਵੇਲੇਬਲ ਹੈ, ਸਰਕਾਰ ਵੀ ਉਹਨੂੰ ਅਵੇਲੇਬਲ ਕਰਾ ਰਹੀ ਹੈ ਕਿਉਂਕਿ ਉਹ ਉਹਦੇ ਤੋਂ ਐਕਸਾਈਜ਼ ਕਮਾ ਰਹੀ ਹੈ। ਡਾਕਟਰ ਸਾਹਿਬ ਤੁਸੀਂ ਡੀ ਐਡਿਕਸ਼ਨ ਸੈਕਟਰ ਦੇ ਵਿੱਚ ਕੰਮ ਕੀਤਾ ਹੈ, ਕਰ ਵੀ ਰਹੇ ਹੋ, ਸਾਨੂੰ ਉਹਦੇ ਬਾਰੇ ਦੱਸੋ ਕਿ ਇਸ ਤੋਂ ਪਹਿਲਾਂ ਕਿ ਆਪਾਂ ਇਹ ਸਮਝੀਏ ਕਿ ਕਿਸ ਤਰ੍ਹਾਂ ਦੇ ਪੇਸ਼ੈਂਟਸ ਆਉਂਦੇ ਨੇ, ਕੀ ਏਜ ਗਰੁੱਪ ਹੈ, ਇਹ ਡੀ ਐਡਿਕਸ਼ਨ ਸੈਂਟਰ ਹੁੰਦੇ ਕੀ ਨੇ, ਇਹਨੂੰ ਡੀਕੋਡ ਕਰੋ। ਜੇ ਅਸੀਂ ਗੱਲ ਕਰ ਰਹੇ ਹਾਂ ਡੀ ਐਡਿਕਸ਼ਨ ਸੈਂਟਰਸ ਦੀ, ਜੋ ਕਿ ਇਸ ਸਮੇਂ ਪੰਜਾਬ ਵਿੱਚ ਦੋ ਤਰ੍ਹਾਂ ਦੇ ਚੱਲ ਰਹੇ ਨੇ। ਇੱਕ ਤਾਂ ਸਾਡੇ ਓਟ ਕਲੀਨਿਕਸ ਨੇ ਸਰਕਾਰੀ, ਆਊਟ ਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ ਕਲੀਨਿਕਸ, ਠੀਕ ਹੈ, ਤੇ ਸਰਕਾਰੀ ਜਿਹੜੇ ਪ੍ਰਾਈਵੇਟ ਨੇ ਉਹਨਾਂ ਨੂੰ ਅਸੀਂ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰਸ ਕਹਿੰਦੇ ਆ। these are primarily OPD outpatient based, ਯਾਨੀ ਕਿ ਜਿੱਥੇ ਮਰੀਜ਼ ਜਾਂਦਾ ਐਡਮਿਟ ਨਹੀਂ ਹੁੰਦਾ, ਦਵਾਈ ਲੈ ਕੇ ਬਾਹਰ ਆ ਜਾਂਦਾ। ਸੋ ਡੀ ਐਡਿਕਸ਼ਨ ਦਾ ਪ੍ਰਾਇਮਰੀ ਪ੍ਰੈਰੋਗੇਟਿਵ ਜਾਂ ਅਸੀਂ ਕਹੀਏ ਮੂਲ ਪਰਪਸ ਜਿਸ ਕਰਕੇ ਇਹਨੂੰ ਲਿਆਇਆ ਗਿਆ ਸੀ ਵਾਸ ਹਾਰਮ ਰਿਡਕਸ਼ਨ। ਅੱਛਾ ਜੀ, ਹਾਰਮ ਰਿਡਕਸ਼ਨ ਯਾਨੀ ਕਿ ਨੁਕਸਾਨ ਘਟਾਉਣਾ। ਕੁਝ 2017 ਵਿੱਚ ਅਸੀਂ ਪਾਇਆ ਕਿ ਪੰਜਾਬ ਵਿੱਚ ਹੈਪੇਟਾਈਟਸ ਸੀ, HIV ਦੇ ਕੇਸਿਸ ਬਹੁਤ ਵੱਧ ਰਹੇ ਸੀ ਜੀ, ਬਿਕੋਜ਼ ਆਫ IV ਡਰਗ ਯੂਜ਼, ਯਾਨੀ ਕਿ ਇੰਟਰਾਵੀਨਸ ਲੋਕ ਆਪਣੇ ਨਸਾਂ ਵਿੱਚ ਚਿੱਟਾ ਇੰਜੈਕਟ ਕਰ ਰਹੇ ਸੀ ਜੀ, ਐਂਡ ਉਸ ਤੋਂ ਬਾਅਦ ਨੀਡਲ ਸ਼ੇਅਰਿੰਗ ਕਰ ਰਹੇ ਸੀ ਜਿਸ ਨਾਲ ਬਿਮਾਰੀਆਂ ਵੱਧ ਰਹੀਆਂ ਸੀ। ਇੰਜੈਕਟ ਕਰਨ ਨਾਲ ਓਵਰਡੋਜ਼ ਰਿਲੇਟਡ ਡੈਥਸ ਵੀ ਬਹੁਤ ਹੋ ਰਹੀਆਂ ਸੀ, ਨਾਲੇ ਆ ਬਿਮਾਰੀਆਂ ਦੀ ਪ੍ਰੈਵਲੈਂਸ ਬਹੁਤ ਵੱਧ ਰਹੀ ਸੀ। ਜਦੋਂ ਅਸੀਂ ਇੰਟਰੋਡਿਊਸ ਕੀਤੀ ਮੈਡੀਕੇਸ਼ਨ ਵਾਸ ਇੰਟਰੋਡਿਊਸਡ ਇੱਕ ਤਾਂ ਟੂ ਵੀਨ ਅਵੇ ਪੀਪਲ ਫਰੋਮ ਥੀਸ ਹਾਰਡ ਡਰਗਸ, ਠੀਕ ਹੈ, ਐਂਡ ਦੂਜਾ ਟੂ ਡਿਸਕਰੇਜ ਪੀਪਲ ਫਰੋਮ ਇੰਜੈਕਟੇਬਲਸ, ਯਾਨੀ ਕਿ ਇੰਜੈਕਟ ਕਰਨ ਦੀ ਥਾਂ ਤੇ ਇਹ ਗੋਲੀ ਖਾ ਕੇ ਉਹਨਾਂ ਨੂੰ ਵਿਡਰੋਲ ਨਾ ਹੋਵੇ, ਉਹ ਫੰਕਸ਼ਨਲ ਰਹਿਣ। ਦੈਟ ਵਾਸ ਦ ਪ੍ਰਾਇਮਰੀ ਗੋਲ, ਜਿਸ ਵਿੱਚ ਸਰਕਾਰ ਕਾਫੀ ਹੱਦ ਤੱਕ ਸਕਸੈਸਫੁਲ ਵੀ ਰਹੀ ਹੈ। ਬਿਕੋਜ਼ ਜੇ ਅਸੀਂ 2017 ਦੀ ਗੱਲ ਕਰੀਏ ਤਾਂ HIV ਦਾ ਪ੍ਰੈਵਲੈਂਸ ਰੇਟ ਇਨ ਪੰਜਾਬ was 1.3% of the tested population. ਜੀ, so ਜੇ ਅਸੀਂ ਲੱਖ ਬੰਦਾ ਟੈਸਟ ਕੀਤਾ ਤਾਂ 1.3 people were testing positive. ਜੇ ਅਸੀਂ ਗੱਲ ਕਰਦੇ ਹਾਂ 2022 ਦੀ, that rate has dropped to 1.05%. ਜੀ, ਜੋ ਕਿ ਦੇਖਣ 'ਚ ਬੜਾ ਛੋਟਾ ਨੰਬਰ ਲੱਗਦਾ, ਬਟ ਇਫ ਵੀ ਫੈਕਟਰ ਇਨ ਕਿ ਪਿਛਲੇ 6 ਸਾਲਾਂ 'ਚ ਟੈਸਟਿੰਗ ਹੈਜ਼ ਆਲਮੋਸਟ ਕੁਆਡਰੂਪਲਡ, ਯਾਨੀ ਕਿ 4 ਤੋਂ 8 ਗੁਣਾ ਟੈਸਟਿੰਗ ਵੱਧ ਗਈ ਹੈ। ਐਂਡ ਨਾਰਮਲੀ ਜਦੋਂ ਅਸੀਂ ਬਿਮਾਰੀਆਂ ਦੀ ਟੈਸਟਿੰਗ ਵਧਾਉਂਦੇ ਆ ਤਾਂ ਉਹ ਬਿਮਾਰੀ ਉੱਭਰ ਕੇ ਵੀ ਜ਼ਿਆਦਾ ਆਉਂਦੀ ਹੈ। ਕਰੈਕਟ। ਬਟ ਇਸ ਕੇਸ ਵਿੱਚ ਅਸੀਂ ਦੇਖਿਆ ਕਿ ਦ ਪ੍ਰੈਵਲੈਂਸ ਰੇਟ ਹੈਜ਼ ਰਿਡਿਊਸਡ। ਤਾਂ ਕਿਤੇ ਨਾ ਕਿਤੇ ਦਿਸ ਡੀ ਐਡਿਕਸ਼ਨ ਪ੍ਰੋਗਰਾਮ ਫਰੋਮ ਦੈਟ ਪਰਸਪੈਕਟਿਵ ਹੈਜ਼ ਵਰਕਡ। ਦੂਜਾ ਸਾਡਾ ਪਰਪਸ ਸੀਗਾ ਓਵਰਡੋਜ਼ ਰਿਲੇਟਡ ਡੈਥਸ ਘਟਾਉਣੀਆਂ। ਓਕੇ। 2017 ਵਿੱਚ ਜੇ ਅਸੀਂ NCB ਦਾ ਡੇਟਾ ਕੋਟ ਕਰਦੇ ਹਾਂ, ਆਈ ਵੋਂਟ ਕੋਟ ਹੈਲਥ ਕੇਅਰ ਡੇਟਾ, ਠੀਕ ਹੈ, ਸੋ ਉਹਨਾਂ ਨੇ ਕਿਹਾ ਕਿ ਔਨ ਐਵਰੇਜ 70 deaths a month were happening. Today
ਜੇ ਅਸੀਂ 2022 ਦੀ ਗੱਲ ਕਰਦੇ ਹਾਂ 2020 ਦੀ ਗੱਲ ਕਰਦੇ ਹਾਂ that has reduced to almost 30 or less so again ਉਸ purpose ਤੋਂ de-addiction has worked। ਠੀਕ ਹੈ। ਹੁਣ ਜੇ ਆਪਾਂ ਇੱਕ ਲੇਮੈਨ ਨੂੰ ਸਮਝਾਈਏ ਦੁਬਾਰਾ ਤੋਂ ਡੀਕੋਡ ਕਰਕੇ ਇਹਨੂੰ ਸਿੰਪਲੀਫਾਈ ਕਰੀਏ ਕਿ ਨਸ਼ਾ ਛਡਾਓ ਕੇਂਦਰ ਇਹਦੀ ਜਦੋਂ ਨਾਮ ਬੋਲਦੇ ਆ ਤੇ ਜਿਹੜੀ ਤਸਵੀਰ ਮੇਰੇ ਜ਼ਿਹਨ ਚ ਆਉਂਦੀ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ, ਫਿਰ ਤੁਸੀਂ ਦੱਸਿਓ ਕਿ ਇਹ ਕਰੈਕਟ ਹੈ ਜਾਂ ਨਹੀਂ। ਮੇਰੇ ਜ਼ਿਹਨ ਚ ਆਉਂਦੀ ਹੈ ਇੱਕ ਮੰਜੇ ਦੇ ਨਾਲ ਸੰਗਲ ਨਾਲ ਬੰਨਿਆ ਹੋਇਆ ਇੱਕ ਯੰਗ ਮੁੰਡਾ ਜਿਹੜਾ ਉਹਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਹੈ, ਤੜਪ ਹੈ ਕਿਉਂਕਿ ਉਹਨੂੰ ਸ਼ਾਇਦ ਨਸ਼ੇ ਦੀ ਤੋੜ ਹੈ। ਮੇਰੇ ਜ਼ਿਹਨ 'ਚ ਇਹ ਤਸਵੀਰ ਨਜ਼ਰ ਆਉਂਦੀ ਹੈ ਕਿ ਇੱਕ ਜੰਜੀਰ ਨਾਲ ਬੰਨਿਆ ਹੋਇਆ ਮੁੰਡਾ ਜਿਹਨੂੰ ਨਸ਼ਾ ਛਡਾਉਣ ਲਈ ਕੋਈ ਨਸ਼ੇ ਦੀ ਗੋਲੀ ਦਿੱਤੀ ਜਾਂਦੀ ਹੈ। ਸੋ ਸੱਚਾਈ ਤੋਂ ਕਿੰਨੀ ਕੁ ਦੂਰ ਆ ਮੈਂ ਜਾਂ ਕਿੰਨੀ ਨੇੜੇ ਆ? ਪਹਿਲਾਂ ਤਾਂ ਤੁਸੀਂ ਬਹੁਤ ਹੀ ਇੱਕ ਹੋਰੈਂਡਸ ਪਿਕਚਰ ਪੇਂਟ ਕੀਤੀ ਆ। ਦੇਖੋ ਯੂ ਆਰ ਮਿਕਸਿੰਗ ਟੂ ਥਿੰਗਸ। ਇੱਕ ਤਾਂ ਅਸੀਂ ਇੱਕ ਹਿਊਮਨ ਰਾਈਟਸ ਵਾਇਲੇਸ਼ਨ ਮਿਕਸ ਕਰ ਰਹੇ ਹਾਂ ਜੋ ਕਿ ਜਦੋਂ 2006-07 ਵਿੱਚ ਰੀਹੈਬਿਲਿਟੇਸ਼ਨ ਦਾ ਕਨਸੈਪਟ ਆਇਆ ਸੀ ਪੰਜਾਬ ਵਿੱਚ। ਬਿਫੋਰ ਦੈਟ ਪਹਿਲਾਂ ਦੱਸਦਾ ਕਿ ਡੀਟੌਕਸ ਐਂਡ ਰੀਹੈਬ ਅਲੱਗ ਚੀਜ਼ਾਂ ਨੇ। ਡੀ ਐਡਿਕਸ਼ਨ ਤੇ ਰੀਹੈਬਿਲਿਟੇਸ਼ਨ ਆਰ ਡਿਫਰੈਂਟ ਥਿੰਗਸ ਜੀ। ਸੋ ਜੇ ਅਸੀਂ ਗੱਲ ਕਰ ਰਹੇ ਹਾਂ ਬੰਦੇ ਸੰਗਲ ਨਾਲ ਬੰਨੇ ਹੋਏ, ਇਹੋ ਜਿਹੇ ਕੇਸਿਸ ਰਿਪੋਰਟ ਹੋਏ ਨੇ ਇਨ ਦਾ ਪਾਸਟ ਜਿੱਥੇ ਬਿਨਾਂ ਲਾਇਸੈਂਸ ਦੇ ਲੋਕਾਂ ਨੇ ਕਮਰਿਆਂ ਵਿੱਚ ਐਡਿਕਟਸ ਨੂੰ ਬੰਨ੍ਹ ਕੇ ਹਿਊਮਨ ਰਾਈਟਸ ਵਾਇਲੇਟ ਕਰਕੇ ਮਾਰ ਕੁਟਾਈ ਕਰਕੇ ਜ਼ਬਰਦਸਤੀ ਰੱਖਿਆ ਹੋਇਆ ਸੀ ਤੇ ਕਾਫੀ ਸਰਕਾਰੀ ਟੀਮਾਂ ਨੇ ਜਾ ਕੇ ਉਹ ਸੈਂਟਰ ਬੰਦ ਵੀ ਕੀਤੇ, ਉਹਨਾਂ ਲੋਕਾਂ ਨੂੰ ਉੱਥੇ ਛੁਡਾਇਆ ਵੀ। ਸੋ ਉਹ ਚੀਜ਼ ਹੁਣ ਓਵਰ ਦ ਲਾਸਟ 6 months year 2 years has significantly reduced। ਤੇ ਜਦੋਂ ਵੀ ਡਿਸਟ੍ਰਿਕਟਸ ਨੂੰ ਕੰਪਲੇਂਟਸ ਪਹੁੰਚਦੀਆਂ ਨੇ ਕਿ ਇਹ ਜਿਹੇ ਇਲੀਗਲ ਸੈਂਟਰਸ ਚੱਲ ਰਹੇ ਨੇ, ਉਹ ਟੀਮ ਲੈ ਕੇ ਇਮੀਡੀਏਟਲੀ ਉਹਨਾਂ ਨੂੰ ਬੰਦ ਕਰਨ ਜਾਂਦੇ ਆ। ਇਨਫੈਕਟ ਮੈਂ ਵੀ ਪੰਜਾਬ ਸਰਕਾਰ 'ਚ ਰਿਹਾ ਐਂਡ ਰੋਪੜ ਵਿੱਚ ਅਸੀਂ ਇਹ ਜਿਹੇ 2 ਸੈਂਟਰਸ ਬੰਦ ਵੀ ਕੀਤੇ ਇਨ ਦ ਲਾਸਟ ਈਅਰ। ਜਿਹੜੀ ਦੂਜੀ ਗੱਲ ਹੈ ਤੁਸੀਂ ਕਿਹਾ ਕਿ ਇੱਕ ਨਸ਼ੇ ਦੀ ਗੋਲੀ ਅਸੀਂ ਉਹਨਾਂ ਨੂੰ ਦਿੰਨੇ ਆ, ਇਹਦੇ ਵਿੱਚ ਕੁਝ ਸੱਚ ਵੀ ਹੈ ਤੇ ਕੁਝ ਝੂਠ ਵੀ ਹੈ। ਅੱਛਾ। ਸੋ ਦ ਪ੍ਰਾਇਮਰੀ ਮੈਡੀਸਿਨ ਜਿਹੜੀ ਅਸੀਂ ਇਹ ਡੀ ਐਡਿਕਸ਼ਨ ਕਲੀਨਿਕਸ ਦੇ ਰਹੇ ਹਾਂ ਇਜ਼ ਕਾਲਡ ਬਿਊਪਰੇਨੋਰਫਿਨ। ਇਹ in chemical words ਆਪਾਂ ਕਹੀਏ ਤਾਂ this is a partial mu receptor agonist. It acts in a similar manner to what ਭੁੱਕੀ, ਫੀਮ, ਚਿੱਟਾ, ਡੋਡੇ chemically baseline ਤੇ chemical same ਹੈ। ਪਰ ਫਰਕ ਕੀ ਹੈ ਕਿ ਇੱਕ ਤਾਂ ਇਹਦੇ ਨਾਲ overdose ਨਹੀਂ ਹੋ ਸਕਦੀ। ਅੱਛਾ। ਬਿਕੋਜ਼ ਇੱਕ ਪੁਆਇੰਟ ਦੇ ਬਿਯੋਂਡ ਜੇ ਦਵਾਈ ਖਾਦੀ ਜਾਂਦੀ ਹੈ it acts as an antidote for the drug। ਅੱਛਾ ਜੀ। ਦੂਜੀ ਗੱਲ ਇਹ ਹੈ ਕਿ this medicine in Punjab is given with a combination of naloxone, which is an antidote to opioid overdose। ਅੱਛਾ। which allows ਕਿ ਜੇ ਕੋਈ ਬੰਦਾ ਇਹਨੂੰ ਇੰਜੈਕਟ ਕਰਨ ਦੀ ਕੋਸ਼ਿਸ਼ ਕਰਦਾ ਤਾਂ immediately ਉਹ naloxone ਐਕਟੀਵੇਟ ਹੋ ਜਾਂਦਾ and he goes into withdrawal। so ਇੰਜੈਕਸ਼ਨ ਨਹੀਂ ਆਪਾਂ ਲਗਾ ਸਕਦੇ। ਜਿਵੇਂ ਕਾਫੀ ਗੋਲੀਆਂ ਦਾ ਲੋਕ ਕੀ ਕਰਦੇ ਉਹਨਾਂ ਨੂੰ ਪਾਣੀ 'ਚ ਘੋਲ ਕੇ ਜਾਂ ਡਿਸਟਿਲਡ ਵਾਟਰ 'ਚ ਘੋਲ ਕੇ ਦੇ ਇੰਜੈਕਟ। ਇੱਕ ਉਹ ਚੀਜ਼ ਹਟ ਗਈ। ਤੀਜੀ ਚੀਜ਼ ਜਿਹੜਾ ਮੈਂ ਤੁਹਾਨੂੰ ਇੰਜੈਕਟੇਬਲ ਦਾ ਦੱਸਿਆ ਸੀ ਕਿ IV ਹੈਪੇਟਾਈਟਸ, ਹੈਪ ਸੀ ਦਾ ਅਸੀਂ ਹਾਰਮ ਰਿਡਕਸ਼ਨ ਅਸੀਂ ਰਿਡਿਊਸ ਕੀਤਾ। ਫਾਈਨਲੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਬਿਊਪਰੇਨੋਰਫਿਨ ਤੁਹਾਡੇ ਬਲੱਡ ਵਿੱਚ ਸਟੇਜ਼ ਫॉर ਅਬਾਊਟ 36 ਆਵਰਸ। ਠੀਕ ਹੈ। ਸੋ ਇੱਕ ਬੰਦਾ ਜਿਹੜਾ ਚਿੱਟੇ ਦੀ ਤੋੜ ਜਾਂ ਭੁੱਕੀ ਦੀ ਕਿਸੇ ਵੀ ਓਪੀਓਇਡ ਦੀ ਅਸੀਂ ਤੋੜ ਦੀ ਗੱਲ ਕਰੀਏ ਤਾਂ ਉਹਦਾ 3 ਤੋਂ 4 ਘੰਟੇ ਦਾ ਸਾਈਕਲ ਹੁੰਦਾ। ਉਹ ਨਸ਼ਾ ਕਰਦਾ, 2-3 ਘੰਟੇ ਉਹਦੇ ਠੀਕ ਜਾਂਦੇ ਆ, ਫਿਰ ਉਹਨੂੰ ਤੋੜ ਛਿੜਦੀ ਆ, ਫਿਰ ਉਹ ਕਿਤੇ ਇੱਧਰ ਉੱਧਰ ਭੱਜਦਾ, ਨਸ਼ੇ ਦਾ ਜੁਗਾੜ ਕਰਦਾ, ਫਿਰ ਲਾਉਂਦਾ, ਫਿਰ ਉਹ 1-2 ਘੰਟੇ ਠੀਕ ਰਹਿੰਦਾ। ਪੂਰਾ ਦਿਨ ਉਹਦਾ ਇਸ ਨਸ਼ੇ ਦੇ ਸਾਈਕਲ 'ਚ ਨਿਕਲ ਰਿਹਾ। ਵੇਅਰਐਜ਼ ਇੱਕ ਬੰਦਾ ਉਹਨੂੰ ਅਸੀਂ ਬਿਊਪਰੇਨੋਰਫਿਨ ਦਿੱਤੀ, ਉਹਨੇ 2 ਟੈਬਲੇਟਸ ਆਪਣੀਆਂ ਲਿੰਗੁਅਲੀ ਰੱਖੀਆਂ ਜੀਭ ਦੇ ਥੱਲੇ ਐਂਡ ਉਹ ਅਗਲੇ 1-1.5 ਦਿਨ ਲਈ ਹੀ ਇਜ਼ ਪ੍ਰੋਡਕਟਿਵ। ਅੱਛਾ। ਹੀ ਕੈਨ ਗੋ ਟੂ ਵਰਕ, ਉਹਦੇ ਪੈਸੇ ਵੀ ਬਚ ਰਹੇ ਆ, ਹੀ ਇਜ਼ ਫੰਕਸ਼ਨਲ। ਓਕੇ, ਇਹਦੇ ਤੇ ਵਾਪਸ ਆਵਾਂਗੀ ਕਿ ਕਿਸ ਤਰ੍ਹਾਂ ਪ੍ਰੋਸੈਸ ਹੁੰਦਾ ਹੈ ਡੀ ਐਡਿਕਸ਼ਨ ਦਾ ਜਾਂ ਸੈਂਟਰਸ ਕਿਸ ਤਰ੍ਹਾਂ ਇੱਕ ਪੇਸ਼ੈਂਟ ਨੂੰ ਮੋਨੀਟਰ ਕਿੱਦਾਂ ਕਰ ਪਾਉਂਦੇ ਨੇ ਬਿਕੋਜ਼ ਉਹ ਆਂਦਾ ਹੈ ਤੇ ਆਪਣੀ ਦਵਾਈ ਲੈ ਕੇ ਘਰ ਚਲੇ ਜਾਂਦਾ ਹੈ, ਤੇ ਗੱਲ ਕਰਾਂਗੇ। ਬਟ ਬਿਫੋਰ ਦੈਟ ਇੱਕ 2 ਮੇਜਰ ਜਿਹੜੇ ਆਸਪੈਕਟ ਜੁੜੇ ਨੇ ਇਹਦੇ ਨਾਲ ਡਰੱਗ ਮੈਨੇਸ ਦੇ ਨਾਲ, ਉਹਨੂੰ ਟੱਚ ਕਰਦੇ ਚੱਲੀਏ। ਇੱਕ ਤਾਂ ਇਹ ਕਿ ਪੰਜਾਬ ਦੇ ਵਿੱਚ ਇੱਕ ਦੌਰ ਸੀ ਜਦੋਂ ਅਫੀਮ, ਭੁੱਕਾ, ਡੋਡੇ ਇਹ ਬਹੁਤ ਸੁਣਦੇ ਸੀ ਅਸੀਂ ਇਹ ਸ਼ਬਦਾਂ ਦਾ ਇਸਤੇਮਾਲ। ਫਿਰ ਇੱਕ ਟਾਈਮ ਆਇਆ ਜਦੋਂ ਅਸੀਂ ਕੈਮਿਸਟ ਵਾਲੀਆਂ ਔਨ ਦ ਕਾਊਂਟਰ ਜਿਹੜੀਆਂ ਮਿਲਦੀਆਂ ਮੈਡੀਸਨ ਉਹਨਾਂ ਦਾ ਜ਼ਿਕਰ ਸੁਣਨ ਲੱਗ ਗਏ। ਫਿਰ ਇੱਕ ਦੌਰ ਆਇਆ ਜਦੋਂ ਚਿੱਟਾ ਬਹੁਤ ਸੁਣਿਆ। ਹੁਣ ਇੱਕ ਇਦਾਂ ਦਾ ਦੌਰ ਹੈ ਜਦੋਂ ਅਸੀਂ ਜਿਹੜਾ ਸਿਗਰਟ ਦੇ ਵਿੱਚ ਪਾ ਕੇ ਸਮੋਕ ਕਰਦੇ ਨੇ, ਸ਼ਾਇਦ ਤੁਸੀਂ ਉਹਦੇ ਬਾਰੇ ਬੈਟਰ ਦੱਸ ਸਕੋਗੇ ਕਿ ਉਹ ਕੀ ਚੀਜ਼ ਹੈ। ਮਗਰ ਇੱਕ ਅੱਜ ਕੱਲ੍ਹ ਪੰਜਾਬ ਕਿਸ ਜ਼ੋਨ 'ਚ ਹੈ, ਕਿਸ ਦੌਰ 'ਚ ਹੈ, ਕਿਹੜੇ ਨਸ਼ੇ ਜਿਹੜੇ ਹੈਗੇ ਨੇ ਜਿਹੜੇ ਸਭ ਤੋਂ ਵੱਡਾ ਖਤਰਾ? ਤੁਸੀਂ ਦੱਸਿਆ ਸ਼ਰਾਬ ਸਭ ਤੋਂ ਵੱਡਾ ਹੈ ਬੇਸਿਕਲੀ, ਬਟ ਅਦਰ ਦੈਨ ਦੈਟ ਕਿਹੜੀ ਚੀਜ਼ ਹੈ ਜਿਹੜੀ ਸਭ ਤੋਂ ਵੱਡਾ ਕਲੰਕ ਬਣੀ ਹੋਈ ਹੈ? ਤੇ ਇੱਕ ਹੋਰ ਸਵਾਲ ਕਿ ਪਹਿਲਾਂ ਹੁੰਦਾ ਸੀ ਕਿ ਮੁੰਡਿਆਂ ਦੀ ਜਿਹੜੀ ਜੇ ਅਸੀਂ ਸੈਕਸ ਰੇਸ਼ੋ ਦੀ ਗੱਲ ਕਰੀਏ ਕਿ ਨਸ਼ਾ ਕਰਨ ਵਾਲਿਆਂ ਦੇ ਉਹਦੇ 'ਚ ਮੁੰਡੇ ਜ਼ਿਆਦਾ ਹੁੰਦੇ ਸੀ, ਪਰ ਹੁਣ ਔਰਤਾਂ
ਫੀਮੇਲ ਉਹ ਵੀ ਬਹੁਤ ਜ਼ਿਆਦਾ ਨੰਬਰ ਦੇ ਵਿੱਚ ਦੇਖਿਆ ਜਾ ਰਿਹਾ ਕਿ ਐਡਿਕਟ ਹੋ ਚੁੱਕੇ ਨੇ। ਸੋ ਤੁਹਾਡੀ ਆਬਜ਼ਰਵੇਸ਼ਨ ਇਹਨੂੰ ਲੈ ਕੇ ਕੀ ਰਹੀ ਹੈ ਥਰੂ ਆਊਟ? ਜਿਹੜਾ ਪਹਿਲਾ ਸਵਾਲ ਹੈ ਤੁਹਾਡਾ ਜੀ, ਨਸ਼ਾ ਕਿਹੜਾ ਹੈ ਪੰਜਾਬ 'ਚ, ਕਿਹੜਾ ਚੱਲ ਰਿਹਾ ਇਸ ਟਾਈਮ ਤੇ? ਹੁਣ ਪੈਨ ਇੰਡੀਆ in the whole world एक impression बन गया है कि पंजाब is the Mexico of India जी, या पंजाब equals नशा, पंजाब equals गाने, राइट, उड़ता पंजाब जिਵੇਂ मूवी भी बन गई। तो बदनामी क्यों हुई है प्राइमरली हेरोइन करके जी, बिकॉज एल्कोहल जे ਅਸੀਂ ਲਈਏ ਤਾਂ ਪੰਜਾਬ 7ਵੇਂ ਨੰਬਰ ਤੇ ਆਂਦਾ ਇੰਡੀਆ 'ਚ in terms of number of people consuming alcohol। ਸਭ ਤੋਂ ਉੱਤੇ ਆਂਦਾ ਉੱਤਰ ਪ੍ਰਦੇਸ਼। ਜੇ ਅਸੀਂ ਚਿੱਟੇ ਦੀ ਵੀ ਗੱਲ ਕਰਦੇ ਹਾਂ, ਚਿੱਟੇ 'ਚ ਵੀ ਪੰਜਾਬ ਦੂਜੇ ਨੰਬਰ ਤੇ ਆਂਦਾ, ਪਹਿਲੇ ਨੰਬਰ ਤੇ ਅਗੇਨ ਉੱਤਰ ਪ੍ਰਦੇਸ਼ ਆਂਦਾ। ਬਟ ਇਟ ਇਜ਼ ਹੈਰੋਇਨ ਦੈਟ ਹੈਜ਼ ਕ੍ਰੀਏਟਡ ਦਿਸ ਇਮੇਜ। ਐਂਡ ਜੇ ਅਸੀਂ ਪੰਜਾਬ ਦੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿਹੜੇ ਨਸ਼ੇ ਚੱਲ ਰਹੇ ਨੇ, ਤਾਂ ਦੇਖੋ ਅਰਬਨ ਏਰੀਆਜ਼ ਆਪਾਂ ਲੈ ਲਈਏ, ਲੁਧਿਆਣਾ ਲੈ ਲਈਏ, ਅੰਮ੍ਰਿਤਸਰ ਲੈ ਲਈਏ, ਈਵਨ ਚੰਡੀਗੜ੍ਹ ਫॉर दैट ਮੈਟਰ ਲੈ ਲਈਏ, ਤਾਂ ਇੱਥੇ ਪਾਰਟੀ ਡਰੱਗਸ ਦਾ ਕਲਚਰ ਹੈਗਾ। ਸਟਿਮੂਲੈਂਟ ਸਚ ਐਸ ਕੋਕੇਨ ਬਹੁਤ ਪ੍ਰੈਵਲੈਂਟ ਨੇ, ਐਲਕੋਹਲ ਬਹੁਤ ਪ੍ਰੈਵਲੈਂਟ ਹੈ, ਹੈਰੋਇਨ ਬਹੁਤ ਪ੍ਰੈਵਲੈਂਟ ਹੈ। ਜੇ ਅਸੀਂ ਅਰਬਨ ਆਪਾਂ ਰੂਰਲ ਵੱਲ ਜਾਈਏ ਜਾਂ ਪਿੰਡਾਂ ਦੇ ਇਲਾਕੇ ਵੱਲ ਜਾਈਏ ਤਾਂ ਉੱਥੇ ਅਸੀਂ ਸੌਫਟ ਓਪੀਓਇਡਸ ਬਹੁਤ ਦੇਖਦੇ ਹਾਂ, ਭੁੱਕੀ ਫੀਮ ਬਹੁਤ ਹੈ, ਡੋਡੇ ਬਹੁਤ ਹੈ, ਤੇ ਚਿੱਟਾ ਉੱਥੇ ਵੀ ਬਹੁਤ ਹੈ। ਸੋ ਟੂ ਆਨਸਰ ਯੋਰ ਕੁਐਸਚਨ, ਥੀਸ ਆਰ ਦ ਡਰੱਗਸ ਜਿਹੜੇ ਪੰਜਾਬ ਵਿੱਚ ਪ੍ਰਾਇਮਰਲੀ ਪ੍ਰੈਵਲੈਂਟ ਨੇ। ਕੈਨੇਬਿਸ ਜਿਹੜਾ ਤੁਸੀਂ ਸਿਗਰਟ ਵਾਲਾ ਕਹਿ ਰਹੇ ਹੋ, ਉਹ ਯੈਸ ਇਟ ਇਜ਼ ਪ੍ਰੈਵਲੈਂਟ ਇਨ ਪੰਜਾਬ, ਬਟ ਅਗੇਨ ਪੰਜਾਬ ਇਜ਼ ਪ੍ਰੋਬਬਲੀ ਔਨ ਦ 20th ਨੰਬਰ ਜੇ 28 ਸਟੇਟਸ ਅਸੀਂ ਗੱਲ ਕਰੀਏ ਇਨ ਟਰਮਸ ਆਫ ਕੈਨੇਬਿਸ ਯੂਜ਼। So do you agree to the image that was created via ਉੜਤਾ ਪੰਜਾਬ, ਜਾਂ ਬਹੁਤ ਸਾਰੇ ਹੋਰ ਸਟੇਟਸ ਨੇ ਜਿਹੜੇ ਇਵਨ ਵਰਸ ਦੈਨ ਪੰਜਾਬ ਨੇ, ਸਾਡੀ ਬਦਨਾਮੀ ਜ਼ਿਆਦਾ ਹੋ ਗਈ ਹੈ? ਦੇਖੋ ਸੱਚਾਈ ਤਾਂ ਹੈਗੀ ਹੈ। ਹੁਣ ਆਪਾਂ ਕਹੀਏ ਕਿ ਤੁਸੀਂ ਘੱਟ ਮਾੜੇ ਹੋ, ਅਸੀਂ ਜ਼ਿਆਦਾ ਮਾੜੇ ਹਾਂ, ਮਾੜੇ ਤਾਂ ਅਸੀਂ ਹੈਗੇ ਹਾਂ। ਸੋ ਉੜਤਾ ਪੰਜਾਬ ਦਾ ਪਿਕਚਰ ਇਟ ਪੇਂਟਡ, ਆਫ ਕੋਰਸ ਬਾਲੀਵੁੱਡ ਨੇ ਉਹਨੂੰ ਥੋੜਾ ਥੀਏਟ੍ਰਿਕਲੀ ਐਗਜ਼ੈਜਰੇਟ ਕੀਤਾ, ਬਟ देयर इज ट्रुथ इन दैट। ਹਰ ਘਰ ਵਿੱਚ ਨਸ਼ਾ ਹੈ, ਮਾਵਾਂ ਰੋ ਰਹੀਆਂ ਨੇ, ਹੈ ਨਾ, ਨੌਜਵਾਨ ਸਾਡੀ ਪੂਰੀ ਪੀੜ੍ਹੀ ਨਿਕਲ ਗਈ ਹੈ ਨਸ਼ੇ ਵਿੱਚ। ਸੋ ਹੁਣ ਕਿਉਂਕਿ ਤੁਸੀਂ ਡਾਕਟਰ ਹੋ, ਤੁਹਾਡੇ ਤੋਂ ਮੈਂ ਪੋਲੀਟੀਕਲ ਰਿਮਾਰਕ ਨਹੀਂ ਲੈ ਸਕਦੀ, ਪਰ ਕਹਿ ਜ਼ਰੂਰ ਸਕਦੀ ਹਾਂ ਕਿ ਦੇਖੋ ਸਰਕਾਰਾਂ ਆ ਰਹੀਆਂ, ਸਰਕਾਰਾਂ ਜਾ ਰਹੀਆਂ, ਨਾ ਤਾਂ ਡਰੱਗ ਖਤਮ ਹੋ ਰਿਹਾ ਤੇ ਨਾ ਹੀ ਡਰੱਗ ਦੇ ਨਵੀਂ ਵੈਰਾਈਟੀ ਜਿਹੜੀ ਪੈਨੀਟ੍ਰੇਟ ਕਰ ਰਹੀ ਹੈ ਸਾਡੇ ਸਮਾਜ 'ਚੋਂ ਖਤਮ ਹੋ ਰਹੀ ਹੈ। ਤੇ ਕਿਤੇ ਨਾ ਕਿਤੇ ਜੜ੍ਹਾਂ ਤੇ ਡੂੰਘੀਆਂ ਹੈ ਤੇ ਕਸੂਰ ਬਹੁਤ ਸਾਰਿਆਂ ਦਾ ਹੈ। ਸੋਚਣ ਦੀ ਲੋੜ ਹੈ ਕਿ ਅਸੀਂ ਉਸ ਦਾ ਹਿੱਸਾ ਬਣਨਾ ਜਾਂ ਨਹੀਂ ਬਣਨਾ ਹੈ। ਕਮਿੰਗ ਬੈਕ ਟੂ ਦ ਕੁਐਸਚਨ ਦੈਟ ਆਈ ਹੈਡ ਫॉर ਯੂ ਵਾਸ ਕਿ ਹੁਣ ਮੇਲ ਫੀਮੇਲ ਰੇਸ਼ੋ ਦਾ ਕੀ ਫਰਕ ਆਇਆ, ਕਿ ਫੀਮੇਲ ਵੀ ਬਹੁਤ ਵੱਡੀ ਸੰਖਿਆ 'ਚ ਤੁਹਾਡੀ ਨਜ਼ਰ ਦੇ ਸਾਹਮਣੇ ਆਇਆ ਕਿ ਨਸ਼ਾ ਕਰ ਰਹੇ ਨੇ? ਬੜਾ ਨਾ ਅੰਡਰ ਰਿਪੋਰਟਡ ਸੈਕਸ਼ਨ ਹੈ ਟੂ ਬੀ ਓਨੈਸਟ। ਜੇ ਅਸੀਂ ਗੱਲ ਕਰਦੇ ਹਾਂ ਸਟੈਟਿਸਟਿਕਸ ਦੀ, ਤਾਂ ਫॉर ਐਵਰੀ 1000 ਮੇਲ ਐਡਿਕਟਸ ਪ੍ਰਾਇਮਰਲੀ ਓਪੀਓਇਡਸ at least 10 to 100 females are also addicted। ਬਟ ਜੇ ਅਸੀਂ ਨੰਬਰ ਗੱਲ ਕਰਦੇ ਹਾਂ ਕਿ ਔਰਤਾਂ ਸਾਹਮਣੇ ਕਿੰਨੀਆਂ ਆ ਰਹੀਆਂ, ਤਾਂ ਬਹੁਤ ਹੀ ਘੱਟ। ਜੇ ਮੈਂ ਆਪਣੇ ਕਲੀਨਿਕਲ ਐਕਸਪੀਰੀਅੰਸ ਤੁਹਾਨੂੰ ਦੱਸਾਂ ਤਾਂ ਆਈਵ ਹੈਡ ਫੀਮੇਲਸ ਕਮਿੰਗ ਟੂ ਮੀ ਚੋਰੀ ਛਿਪੇ ਲੁੱਕ ਕੇ ਰਿਕੁਐਸਟਿੰਗ ਮੀ ਕਿ ਦੇਖੋ ਅਸੀਂ ਆਪਣੇ ਘਰੇ ਨਾ ਆਪਣੇ ਹਸਬੈਂਡ ਨੂੰ ਨਾ ਆਪਣੇ ਅਸੀਂ ਫੈਮਿਲੀ ਨੂੰ ਦੱਸ ਸਕਦੇ ਹਾਂ, ਸਾਨੂੰ ਲੁੱਕ ਕੇ ਦਵਾਈ ਦਿਓ। ਸੋ ਦੇ ਕਾਂਟ ਕਮ ਆਊਟ ਸਟ੍ਰੇਟ ਫਾਰਵਰਡ। ਬਟ ਸਟਿਲ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਵਿੱਚ ਕੁਝ ਏਰੀਆਸ ਬਹੁਤ ਵਧੀਆ ਕੰਮ ਹੋ ਰਿਹਾ। ਤਰਨ ਇਜ਼ ਵਨ ਆਫ ਦ ਓਨਲੀ ਡਿਸਟ੍ਰਿਕਟਸ ਇਨ ਪੰਜਾਬ ਜਿੱਥੇ ਫੀਮੇਲ ਡੀ ਐਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਤੇ ਬਹੁਤ ਵਧੀਆ ਚੱਲ ਰਿਹਾ ਵਿਦ ਫੀਮੇਲ ਸਟਾਫ। ਸੋ ਹੌਲੀ ਜਿਵੇਂ ਅਵੇਅਰਨੈਸ ਵਧੂਗੀ, ਐਕਸੈਪਟੇਬਿਲਿਟੀ ਵਧੂਗੀ, ਹੋ ਸਕਦਾ ਹੋਰ ਔਰਤਾਂ ਅੱਗੇ ਆਉਣ ਇਲਾਜ ਲਈ। ਕਮਿੰਗ ਬੈਕ ਟੂ ਦ ਡੀ ਐਡਿਕਸ਼ਨ ਸੈਂਟਰਸ, ਤੇ ਇੱਥੇ ਕੰਮ ਕਿੱਦਾਂ ਹੁੰਦਾ ਹੈ? ਕਿਉਂਕਿ ਤੁਸੀਂ ਬਹੁਤ ਕਲੋਜ਼ਲੀ ਕੰਮ ਕੀਤਾ ਹੈ ਇਹਨਾਂ ਸੈਕਟਰਸ ਦੇ ਵਿੱਚ, ਤੇ ਤੁਸੀਂ ਸਮਝਾ ਸਕਦੇ ਹੋ ਕਿ ਫॉर ਐਗਜ਼ਾਮਪਲ ਦੇयर इज अ ਪੇਸ਼ੈਂਟ, ਰਾਈਟ, ਉਹ ਡੀ ਐਡਿਕਸ਼ਨ ਸੈਂਟਰ ਜਾਂਦਾ ਹੈ, ਸਮਝ ਲਓ ਸਰਕਾਰੀ 'ਚ ਚਲਾ ਗਿਆ, ਉਹਨੂੰ ਕਿਹੜੇ ਪ੍ਰੋਸੈਸ ਤੋਂ ਗੁਜ਼ਰਨਾ ਪੈਂਦਾ, ਕੀ ਹੁੰਦਾ? ਜੇ ਅਸੀਂ ਸਰਕਾਰੀ ਦੀ ਗੱਲ ਕਰਦੇ ਹਾਂ ਤਾਂ ਟਿਪਿਕਲੀ ਜੇ ਇੱਕ ਨਵਾਂ ਪੇਸ਼ੈਂਟ ਆਇਆ, ਉਹਦੀ ਅਸੀਂ ਇੱਕ ਆਈਡੀ ਜਨਰੇਟ ਕਰਨੀ ਹੁੰਦੀ ਹੈ। ਪ੍ਰਾਇਰ ਟੂ ਦੈਟ ਇੱਕ ਸਾਈਕੈਟ੍ਰਿਸਟ ਉਹਨੂੰ ਅਸੈਸ ਕਰਦਾ, ਓਕੇ, ਉਹਨਾਂ ਗੱਲਬਾਤ ਕਰਕੇ ਸਮਝਦਾ ਕਿ ਉਹਦੀ ਕੀ ਪ੍ਰੋਬਲਮ ਹੈ, ਕਿੰਨਾ ਉਹਦਾ ਡੋਜ਼ ਚੱਲ ਰਿਹਾ। ਦੈਨ ਹੀ ਸੈਟਸ ਅਪ ਡੋਜ਼ ਆਫ ਬਿਊਪਰੀਨੋਰਫਿਨ, ਤੇ ਅਸੀਂ ਉਹਨੂੰ ਫਿਰ ਓਟ ਕਲੀਨਿਕ ਭੇਜ ਦਿੰਦੇ ਹਾਂ। ਉੱਥੇ ਜਾ ਕੇ ਕੁਝ ਦਿਨਾਂ ਲਈ ਉਹਨੂੰ ਡੇਲੀ ਡੋਜ਼ ਦਿੱਤੀ ਜਾਂਦੀ ਹੈ ਤਾਂ ਕਿ ਅਸੀਂ ਅੱਖਾਂ ਸਾਹਮਣੇ ਉਹਨੂੰ ਦੇਖੀਏ ਕਿ ਸਾਡੇ ਖਾ ਵੀ ਰਿਹਾ ਕਿ ਬਾਹਰ ਜਾ ਕੇ ਦਵਾਈ ਵੇਚ ਰਿਹਾ। ਫਿਰ ਕੁਝ ਦਿਨਾਂ ਬਾਅਦ ਉਹਨੂੰ ਅਸੀਂ ਹੋਮ ਡੋਜ਼ ਦੇਣੀ ਸ਼ੁਰੂ ਕਰ ਦਿੰਦੇ ਹਾਂ। ਜਦੋਂ ਸ਼ੁਰੂਆਤ 'ਚ ਆਉਂਦਾ ਹੈ, ਮੈਂ ਫਿਰ ਸਿੰਪਲੀਫਾਈ ਕਰਦਾ ਪੰਜਾਬੀ ਵਿੱਚ ਕਹਿਣ ਲਈ, ਸਮਝਾਉਣ ਲਈ, ਕਿ ਪੇਸ਼ੈਂਟ ਆਇਆ, ਤੁਸੀਂ ਉਹਨਾਂ ਨੂੰ ਸਾਈਕੋਲੋਜੀਕਲੀ ਅਸੈਸ ਕੀਤਾ, ਦੇਖਿਆ ਕਿ ਕਿੰਨੀ ਡੂੰਘੀ ਹੈ ਪ੍ਰੋਬਲਮ, ਉਹਦੇ ਬੇਸਿਸ ਤੇ ਫਿਰ ਪ੍ਰਿਸਕ੍ਰਿਪਸ਼ਨ ਦਿੱਤੀ, ਫਿਰ ਉਹਨਾਂ ਨੂੰ ਰੱਖਿਆ ਆਬਜ਼ਰਵੇਸ਼ਨ ਦੇ ਵਿੱਚ ਆਪਣੇ ਕੋਲ? ਨਹੀਂ ਰੱਖਿਆ, ਅਸੀਂ ਉਹਨੂੰ ਦਵਾਈ ਖਵਾਈ ਆਪਣੇ ਕੋਲ ਬਿਠਾ ਕੇ, ਤੇ ਫਿਰ ਉਹਨੂੰ ਕਿਹਾ ਪੀਜਾ। ਫਿਰ ਉਹਨਾਂ ਨੂੰ ਜਦ ਤੱਕ ਤੁਸੀਂ ਸਮਝਦੇ ਹੋ ਕਿ ਇਹਨਾਂ ਨੂੰ ਬਿਠਾ ਕੇ ਆਬਜ਼ਰਵ ਕਰਕੇ ਦਵਾਈ ਦੇਣਾ ਜ਼ਰੂਰੀ ਹੈ, ਉਦੋਂ ਤੱਕ ਉਹ ਕਰਦੇ ਹੋ। ਉਸ ਤੋਂ ਬਾਅਦ 'ਚ ਉਹਨਾਂ ਨੂੰ ਜਦੋਂ ਤੁਹਾਨੂੰ ਹੋ ਜਾਂਦਾ ਟਰਸਟ ਕਿ ਹੁਣ ਹੀਲ ਬੀ ਟੇਕਿੰਗ ਦ ਮੈਡੀਸਨ, ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਇਹ ਡਰੱਗ ਉਹ ਘਰ ਜਾ ਕੇ ਵੀ ਲੈ ਸਕਦੇ ਨੇ।
ਓਕੇ ਸੋ ਬਟ ਇਹਦੇ ਚ ਡਾਕਟਰ ਸਾਹਿਬ ਇਦਾਂ ਨਹੀਂ ਲੱਗਦਾ ਕਿ ਡਰੱਗ ਜਿਹੜਾ ਲੈ ਰਿਹਾ ਹੈ ਉਹ ਤਾਂ ਬੜਾ ਹੀ ਮੁਹਤਾਜ ਹੋ ਜਾਂਦਾ ਹੈ ਡਰੱਗ ਦੇ, ਤੇ ਉਹ ਇੰਨੀ ਇਮਾਨਦਾਰੀ ਨਾਲ ਇਸ ਪ੍ਰੋਸੈਸ ਨੂੰ ਅਸੀਂ ਉੱਤੇ ਟਰਸਟ ਕਰ ਸਕਦੇ ਹਾਂ ਕਿ ਜੋ ਘਰ ਲੈ ਕੇ ਚਲਾ ਗਿਆ ਤੇ ਉਹ ਡੇਵੀਏਟ ਨਹੀਂ ਹੋਏਗਾ, ਉਹ ਭਟਕੇਗਾ ਨਹੀਂ ਤੇ ਇਸ ਪ੍ਰੋਸੈਸ ਨੂੰ ਫੋਲੋ ਕਰ ਪਾਏਗਾ, ਕਿਉਂਕਿ ਮੈਂਟਲੀ ਸਟਰੈਂਥ ਹੋਣਾ ਨਸ਼ਾ ਛੱਡਣ ਲਈ ਜਿਹੜੇ ਸਿਗਰਟ ਸਮੋਕ ਕਰਦੇ ਨੇ, ਜਿਹੜੇ ਸ਼ਰਾਬ ਪੀਂਦੇ ਨੇ, ਉਹਨਾਂ ਦੀਆਂ ਕਹਾਣੀਆਂ ਸੁਣੀਆਂ ਸੀ ਕਿ ਕਿੰਨਾ ਮੁਸ਼ਕਿਲ ਹੁੰਦਾ ਹੈ ਇਸ ਲੱਤ ਨੂੰ ਛੱਡ ਪਾਣਾ, ਤਾਂ ਹੀ ਤੈਨੂੰ ਲੱਤ ਕਹਿੰਦੇ ਆ। ਸੋ ਟਰਸਟ ਕਰ ਪਾਉਂਦੇ ਆ ਆਪਾਂ ਇਸ ਤਰ੍ਹਾਂ? ਇਜ਼ ਇਟ ਅ ਫੂਲ ਪ੍ਰੂਫ ਮੈਥਡ ਕਿ ਘਰ ਭੇਜ ਦੋ ਐਂਡ ਟਰਸਟ them? ਦੇਖੋ, ਨਥਿੰਗ ਇਜ਼ ਫੂਲ ਪ੍ਰੂਫ ਐਂਡ ਵੀ ਆਰ ਆਲ ਡੈਸਪਰੇਟਲੀ ਟਰਾਈਂਗ। ਅਸੀਂ ਬੜੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਸ ਕੰਪਲਿਕੇਟਡ ਸਵਾਲ ਦਾ ਬੜਾ ਸਿੰਪਲ ਜਵਾਬ ਲੱਭੀਏ ਕਿ ਜੀ ਨਸ਼ੇ ਦੀ ਪ੍ਰੋਬਲਮ ਹੈ, ਤੁਸੀਂ ਆਹ ਗੋਲੀ ਖਾਓ ਤੁਸੀਂ ਠੀਕ ਹੋ ਜਾਓਗੇ। ਇੰਨੀ ਸਿੰਪਲ ਨਹੀਂ ਹੈ। ਐਂਡ ਜਿਹੜੀ ਅਸੀਂ ਗੋਲੀ ਦੀ ਗੱਲ ਕਰ ਰਹੇ ਹਾਂ, ਜੇ ਅਸੀਂ ਕੈਮੀਕਲੀ ਗੱਲ ਕਰਦੇ ਹਾਂ ਤਾਂ ਜਦੋਂ ਤੁਸੀਂ ਇਹ ਗੋਲੀ ਖਾ ਰਹੇ ਹੋ, ਜੇ ਤੁਸੀਂ ਇਹਦੇ ਨਾਲ ਤੁਸੀਂ ਹੈਰੋਇਨ ਇੰਜੈਕਟ ਕਰੋ ਤਾਂ ਤੁਹਾਨੂੰ ਵਿਡਰਾਲ ਹੋ ਜਾਊਗਾ, ਬਿਕੋਜ਼ ਉਹ ਗੋਲੀ ਵਿਲ ਐਕਟ ਐਜ਼ ਐਨ ਐਂਟੀਡੋਟ। ਜੇ ਤੁਸੀਂ ਇਸ ਗੋਲੀ ਨਾਲ ਭੁੱਕੀ ਫੀਮ ਖਾਓਗੇ ਤੁਹਾਨੂੰ ਤੋੜ ਛਿੜ ਜਾਊਗੀ। ਸੋ ਡਬਲ ਨਸ਼ੇ ਵਾਲੀ ਗੱਲ ਤਾਂ ਹੁੰਦੀ ਨਹੀਂ। ਹਾਂ, ਦਾਰੂ ਨਾਲ ਆਫ ਕੋਰਸ ਕੁਝ ਕੇਸਿਸ ਵਿੱਚ ਅਸੀਂ ਦੇਖਦੇ ਹਾਂ ਕਿ ਐਡ ਔਨ ਇਫੈਕਟ ਹੁੰਦਾ, ਬਟ ਇਸ ਗੋਲੀ ਦਾ ਦਾਰੂ ਨਾਲ ਰਿਲੇਸ਼ਨ ਹੈ ਵੀ ਨਹੀਂ। ਦਿਸ ਇਜ਼ ਫॉर ਓਪੀਓਇਡਸ, ਐਲਕੋਹਲ ਅਲੱਗ ਨਸ਼ਾ। So I don't know if that's answering your question. No, I'm trying to get as many answers from one question because ਇਹ ਮਸਲਾ ਬੜਾ ਗੰਭੀਰ ਹੈ ਤੇ ਬਹੁਤ ਡੀਪ ਹੈ। ਇੰਨਾ ਆਸਾਨ ਹੁੰਦਾ ਤੇ ਸ਼ਾਇਦ ਬਹੁਤ ਦੇਰ ਪਹਿਲਾਂ ਦਾ ਖਤਮ ਹੋ ਗਿਆ ਹੁੰਦਾ ਇਹ ਪ੍ਰੋਬਲਮ। ਡਾਕਟਰ ਸਾਹਿਬ, ਜਿਹੜੀ ਇਹੀ ਦਵਾਈ ਹੈ ਜਿਹੜੀ ਸਾਰਿਆਂ ਨੂੰ ਦਿੱਤੀ ਜਾਂਦੀ ਹੈ ਡੀ ਐਡਿਕਸ਼ਨ ਸੈਂਟਰ ਤੇ ਜੇ ਆਪਣੇ ਆਪ 'ਚ ਨਸ਼ਾ, ਫਿਰ ਲੋਕਾਂ ਲਈ ਉਹਨਾਂ ਦੀ ਅੰਡਰਸਟੈਂਡਿੰਗ ਲਈ ਐਂਟੀਡੋਟ ਅਗਰ ਨਹੀਂ ਵੀ ਸਮਝ ਆ ਰਿਹਾ ਕਿ ਨਸ਼ਾ ਛੁਡਾਉਣ ਲਈ ਨਸ਼ਾ ਦੇਤਾ ਤੇ ਉਹ ਨਸ਼ੇ ਦੀ ਆਦਤ ਨਹੀਂ ਪੈਗੀ ਜਿਹੜਾ ਨਸ਼ਾ ਛੁਡਾਉਣ ਲਈ ਦਿੱਤਾ ਹੈ। ਇਹਦੇ ਲਈ ਅਗੇਨ ਹੁਣ ਸਾਡਾ ਐਂਡ ਰਿਜ਼ਲਟ ਕੀ ਹੈ? ਅਸੀਂ ਇੱਕ ਵਿਅਕਤੀ ਜਿਹੜਾ ਘਰੋਂ ਪੈਸੇ ਚੋਰੀ ਕਰਕੇ ਜਾ ਰਿਹਾ, ਜਿਹੜਾ ਮਹੀਨੇ ਦੇ 15 20 25 ਹਜ਼ਾਰ, ਕਈ ਲੋਕ ਲੱਖਾਂ ਰੁਪਇਆ ਜਿਹੜੇ ਚਿੱਟੇ ਤੇ ਐਡਿਕਟਡ ਨੇ ਘਰ-ਬਾਰ ਦਾ ਖਰਚ ਰਹੇ ਨੇ। ਅਸੀਂ ਕੀ ਚਾਹ ਰਹੇ ਹਾਂ ਕਿ ਇਹ ਵਿਅਕਤੀ ਬਿਲਕੁਲ ਨਸ਼ਾ ਛੱਡ ਦੇ, ਬਿਲਕੁਲ ਸਾਡੇ ਵਾਂਗੂ ਚੱਲੇ, ਬਿਲਕੁਲ ਇੱਕ ਪ੍ਰੋਡਕਟਿਵ ਮੈਂਬਰ ਬਣ ਜੇ ਸੋਸਾਇਟੀ ਦਾ ਮੈਜਿਕਲੀ। ਵੀ ਆਰ ਨਾਟ ਫੈਕਟਰਿੰਗ ਇਨ ਕਿ ਜਿਹੜੇ ਉਹਨੇ ਨਸ਼ੇ ਕੀਤੇ ਆ ਉਹਨੇ ਉਹਦੀ ਬ੍ਰੇਨ ਦੀ ਕੈਮਿਸਟਰੀ ਚੇਂਜ ਕਰਤੀ ਹੈ। ਜਿਵੇਂ ਮੈਂ ਪ੍ਰੀਵੀਅਸਲੀ ਦੱਸ ਰਿਹਾ ਸੀਗਾ, ਇੱਕ ਰਿਵਾਰਡ ਪਾਥਵੇ ਹੁੰਦਾ ਸਾਡੀ ਬ੍ਰੇਨ ਵਿੱਚ। ਜਦੋਂ ਵੀ ਅਸੀਂ ਕੋਈ ਪਲੇਜਰੇਬਲ ਐਕਟੀਵਿਟੀ ਵਿੱਚ ਪਾਰਟੇਕ ਕਰਦੇ ਆ, ਉਹ ਡੋਪਾਮੀਨ ਰਿਲੀਜ਼ ਕਰਦਾ। ਨਾਰਮਲੀ ਜੇ ਮੰਨ ਲਓ 5% ਡੋਪਾਮੀਨ ਰਿਲੀਜ਼ ਹੁੰਦਾ ਫਰੋਮ ਐਨੀ ਪਲੇਜਰੇਬਲ ਐਕਟੀਵਿਟੀ, ਕੋਈ ਅਸੀਂ ਚੰਗਾ ਖਾਣਾ ਖਾ ਲਿਆ, ਅਸੀਂ ਕਿਤੇ ਘੁੰਮਣ ਚਲੇ ਗਏ, ਜਦੋਂ ਅਸੀਂ ਨਸ਼ਾ ਕਰਦੇ ਹਾਂ ਡੋਪਾਮੀਨ ਰਿਲੀਜ਼ 100% 150% ਤੱਕ ਚਲਾ ਜਾਂਦਾ। ਸੋ ਨੈਚੁਰਲੀ ਉਹ ਇੱਕ ਵਿਅਕਤੀ ਜਿਹਨੂੰ 150% ਦੀ ਆਦਤ ਪੈ ਗਈ ਹੈ, ਉਹ ਨਾਰਮਲ ਚੀਜ਼ਾਂ 'ਚ ਖੁਸ਼ੀ ਲੱਭ ਹੀ ਨਹੀਂ ਪਾਉਂਦਾ। ਦੈਟ ਇਜ਼ ਅ ਪ੍ਰਾਇਮਰੀ ਰੀਜ਼ਨ ਕਿ ਉਹ ਬਾਰ-ਬਾਰ ਨਸ਼ੇ ਵੱਲ ਜਾ ਰਿਹਾ। ਸੋ ਇੱਕ ਐਮਪੈਥੀ ਲਿਆਣਾ, ਇੱਕ ਹਮਦਰਦੀ ਲਿਆਣਾ ਨਸ਼ੇੜੀ ਲਈ ਸਾਡੀ ਸਮਾਜਿਕ ਤੌਰ ਤੇ ਅਸੀਂ ਲੈ ਕੇ ਨਹੀਂ ਆ ਪਾ ਰਹੇ ਹਾਂ। ਅਸੀਂ ਸੋਚ ਰਹੇ ਹਾਂ ਕਿ ਅਸੀਂ ਐਵੇਂ ਚੱਲਦੇ ਹਾਂ, ਉਹ ਵੀ ਐਵੇਂ ਕਿਉਂ ਨਹੀਂ ਚੱਲ ਸਕਦਾ। ਅਸੀਂ ਇਹ ਨਹੀਂ ਸਮਝਦੇ ਕਿ ਉਹਦਾ ਜਿਹੜਾ ਮਾਈਂਡ ਸੈਟ ਹੈ, ਉਹਦੀ ਜਿਹੜੀ ਬ੍ਰੇਨ ਦੀ ਕੈਮਿਸਟਰੀ ਹੈ, ਉਹ ਚੇਂਜ ਹੋ ਚੁੱਕੀ ਹੈ। ਵਿਚ ਇਜ਼ ਵਾਈ ਜਿੰਨੇ ਵੀ ਇਹ ਪ੍ਰੋਗਰਾਮਸ ਨੇ, ਨਾਰਕੋਟਿਕ ਅਨੋਨਿਮਸ, ਐਲਕੋਹਲ ਅਨੋਨਿਮਸ, ਇਹ ਕਿਉਂ ਇੰਨੇ ਇਫੈਕਟਿਵ ਨੇ? ਕਿਉਂਕਿ ਰਿਕਵਰਡ ਐਡਿਕਟਸ ਦੂਜੇ ਐਡਿਕਟਸ ਨੂੰ ਐਡਿਕਸ਼ਨ ਚੋਂ ਕੱਢ ਰਹੇ ਨੇ। ਇੱਕ ਐਮਪੈਥੀ ਹੈ, ਉਹ ਸਮਝਦੇ ਆ ਕਿ ਅੱਛਾ ਤੈਨੂੰ ਇਹ ਤੋੜ ਹੈ, ਤੈਨੂੰ ਇਹ ਤੇਰੇ ਚੈਲੰਜਸ ਨੇ। ਉਹ ਚੈਲੰਜਸ ਅਸੀਂ ਨਹੀਂ ਸਮਝ ਪਾਉਂਦੇ ਇਸ ਲਈ ਨਾ ਉਹ ਬਿਹਤਰ ਜਾਣਦੇ ਨੇ। ਡਾਕਟਰ ਸਾਹਿਬ, ਬਹੁਤ ਲੋਕ ਇਹ ਵੀ ਜ਼ਰੂਰ ਜਾਣਨਾ ਚਾਹਣਗੇ ਤੁਹਾਡੇ ਤੋਂ ਕਿ ਇੱਕ ਕਾਸਟ ਇਫੈਕਟਿਵ ਕਿੰਨਾ ਹੁੰਦਾ ਪ੍ਰੋਸੈਸ, ਡੀ ਐਡਿਕਸ਼ਨ ਦੇ ਪ੍ਰੋਸੈਸ ਚੋਂ ਗੁਜ਼ਰਨਾ। ਐਟਲੀਸਟ ਉਹ ਫੈਮਿਲੀ ਜ਼ਰੂਰ ਜਾਣਨਾ ਚਾਹਣਗੀਆਂ ਜਿਨ੍ਹਾਂ ਦੇ ਘਰ 'ਚ ਉਹ ਇਸ ਚੀਜ਼ ਨੂੰ ਭੋਗ ਰਹੇ ਨੇ। ਸਰਕਾਰੀ ਇਦਾਰੇ 'ਚ ਕੀ ਸਿਚੁਏਸ਼ਨ ਹੁੰਦੀ ਹੈ ਤੇ ਪ੍ਰਾਈਵੇਟ ਜੇ ਉਹ ਡੀ ਐਡਿਕਸ਼ਨ ਸੈਂਟਰ ਜਾਂਦੇ ਤੇ ਉਹਦੇ ਐਕਸਪੈਂਸਿਸ ਦਾ ਕੀ ਹਾਲ ਚਾਲ ਹੁੰਦਾ, ਉਹ ਦੱਸ ਦਿਓ ਤੁਸੀਂ ਥੋੜਾ ਜਿਹਾ। ਤੇ ਦੂਜਾ ਇਹ ਕਿ ਕਿੰਨਾ ਲੰਬਾ ਪ੍ਰੋਸੈਸ ਹੈ ਨਸ਼ਾ ਛੁਡਾਉਣਾ? ਰਾਈਟ, ਪਹਿਲਾ ਸਵਾਲ, ਜੇ ਆਪਾਂ ਕਾਸਟ ਦੀ ਗੱਲ ਕਰਦੇ ਹਾਂ, ਡਿਪੈਂਡਿੰਗ ਔਨ ਕਿ ਤੁਹਾਡੀ ਫੈਮਿਲੀ ਕੀ ਚਾਹ ਰਹੀ ਹੈ। ਕਿਆ ਫੈਮਿਲੀ ਇਹ ਚਾਹ ਰਹੀ ਹੈ ਕਿ ਇਹ ਬੰਦੇ ਨੂੰ ਅਸੀਂ 3 ਦਿਨ 'ਚ ਠੀਕ ਕਰ ਦਈਏ ਤੇ ਆਪਣਾ ਕੰਮ ਤੇ ਜਾਵੇ? ਮੈਜੋਰਿਟੀ ਜਿਹੜੇ ਯੂਜ਼ਰਸ ਨੇ ਉਹ ਗਰੀਬ ਤੜਪੇ ਦੇ ਨੇ, ਟਰੱਕ ਡਰਾਈਵਰਸ ਨੇ, ਡੇਲੀ ਵੇਜ ਲੇਬਰਰਸ ਨੇ, ਜਿਨ੍ਹਾਂ ਦੇ ਘਰ-ਬਾਰ ਵੀ ਚੱਲ ਰਹੇ ਆ, ਉਹਦੇ 'ਚ ਉਹ ਨਸ਼ਾ ਵੀ ਕਰ ਰਹੇ ਆ। ਸੋ ਫੈਮਿਲੀ ਕੋਲ ਨਾ ਪੇਸ਼ੈਂਸ ਨਹੀਂ ਕਿ ਉਹਨੂੰ 6 ਮਹੀਨੇ ਸਾਲ ਉਹਦਾ ਟ੍ਰੀਟਮੈਂਟ ਕਰਾਉਣ। ਸੋ ਉਹਨਾਂ ਨੂੰ ਅਸੀਂ ਸੁਜੈਸਟ ਕਰਦੇ ਹਾਂ ਕਿ ਤੁਸੀਂ ਬਿਊਪਰੇਨੋਰਫਿਨ ਸਟਾਰਟ ਕਰੋ ਤੇ ਹੌਲੀ-ਹੌਲੀ ਇਫ ਪੋਸੀਬਲ ਜੇ ਪੇਸ਼ੈਂਟ ਮੋਟੀਵੇਟਡ ਹੈ ਉਹਨੂੰ ਅਸੀਂ ਟੇਪਰ ਵੀ ਕਰੀਏ ਨਾਲ-ਨਾਲ। ਟੇਪਰ ਤੋਂ ਤੁਹਾਡਾ ਭਾਵ ਹੈ ਕਿ ਹੌਲੀ-ਹੌਲੀ ਘਟਾਉਣ ਦੀ ਕੋਸ਼ਿਸ਼ ਕਰੀਏ। ਠੀਕ ਹੈ, ਪੇਸ਼ੈਂਟ ਦੀ ਸਹਿਮਤੀ ਨਾਲ। ਠੀਕ ਹੈ ਨਾ? ਸੋ ਜਿਹੜਾ ਪੇਸ਼ੈਂਟ ਆ ਰਿਹਾ, ਅਸੀਂ ਉਹਨੂੰ ਕੰਜੰਕਸ਼ਨ 'ਚ ਲੈ ਕੇ, ਉਹਨੂੰ ਕੰਬੀਨੇਸ਼ਨ 'ਚ ਲੈ ਕੇ, ਫੈਮਿਲੀ ਨੂੰ ਲੈ ਕੇ ਫਿਰ ਅਸੀਂ ਟ੍ਰੀਟਮੈਂਟ ਪਲਾਨ ਕਰਦੇ ਹਾਂ। ਹਾਂਜੀ। ਤੇ ਪ੍ਰਾਈਵੇਟ ਸੈਕਟਰ 'ਚ ਕਿੰਨਾ ਐਕਸਪੈਂਸਿਵ? ਜਿਹੜਾ ਕਾਸਟ ਦੀ ਗੱਲ ਕਰ ਰਹੇ ਸੀਗੇ, ਓਟ ਸੈਂਟਰਸ ਫ੍ਰੀ ਆਫ ਕਾਸਟ ਦਵਾਈ ਦੇ ਰਹੇ ਨੇ, ਸਰਕਾਰੀ ਸੈਂਟਰਸ ਦਵਾਈ ਨਿਸ਼ੁਲਕ ਬਿਨਾਂ ਕਿਸੇ ਪੈਸੇ ਦੇ ਦਿੱਤੀ ਜਾ ਰਹੀ ਹੈ। ਠੀਕ ਹੈ। ਜੇ ਅਸੀਂ ਪ੍ਰਾਈਵੇਟ ਦੀ ਗੱਲ ਕਰਦੇ ਹਾਂ,
ਤਾਂ ਮੈਡੀਸਨ 30 ਰੁਪਏ ਦੀ ਗੋਲੀ, 16 ਰੁਪਏ ਦੀ ਗੋਲੀ, 22 ਰੁਪਏ ਦੀ ਗੋਲੀ, ਡਿਪੈਂਡਿੰਗ ਔਨ ਕਿਹੜਾ ਸੈਂਟਰ ਕਿਹੜੀ ਦਵਾਈ ਦੇ ਰਿਹਾ, ਇਸ ਰੇਂਜ ਵਿੱਚ ਰਹਿੰਦੀ ਹੈ। ਸੋ ਟਿਪਿਕਲੀ ਤੁਸੀਂ ਮੰਨ ਕੇ ਚੱਲੋ ਇੱਕ ਦਿਨ ਦਾ ਖਰਚਾ ਬੰਦੇ ਦਾ ਸਰਕਾਰੀ ਜੇ ਨਿਸ਼ੁਲਕ ਹੈ ਤਾਂ ਪ੍ਰਾਈਵੇਟ 'ਚ ਇਸ ਚੀਜ਼ ਦਾ ਜੇ 4 ਗੋਲੀਆਂ 5 ਵੀ ਖਾ ਰਿਹਾ ਕਮਸ ਟੂ ਅਰਾਊਂਡ 100-150 ਰੁਪੀਸ ਅ ਡੇ, 100 ਤੋਂ 150 ਰੁਪਇਆ ਆ ਜਾਂਦਾ। ਤੁਸੀਂ ਪੇਸ਼ੈਂਟਸ ਦੀ ਗੱਲ ਕੀਤੀ ਕਿ ਪੇਸ਼ੈਂਟ ਨਾਲ ਪੇਸ਼ੈਂਸ ਰੱਖਣਾ ਬੜਾ ਜ਼ਰੂਰੀ ਹੈ। ਜਿਹੜਾ ਡਰੱਗ ਐਡਿਕਟ ਹੈ ਉਹਦੇ ਤੇ ਸਿੰਪੈਥੀ ਉਹਦੇ ਨਾਲ ਰੱਖਣਾ ਜ਼ਰੂਰੀ ਹੈ, ਉਹਨੂੰ ਟ੍ਰੀਟ ਕਰਦੇ ਹੋਏ। ਡਾਕਟਰ ਸਾਹਿਬ, ਜੇ ਫਾਈਨੈਂਸ਼ੀਅਲ ਸਿਚੁਏਸ਼ਨ ਮਾੜੀ ਨਾ ਹੋਏ ਤੇ ਬੰਦੇ ਨੂੰ ਪਤਾ ਕਿ ਇੱਕ ਕਾਸਮੈਟਿਕ ਸਰਜਰੀ ਤੇ ਹੈ ਨਹੀਂ ਕਿ 1 ਘੰਟੇ ਲਈ ਗਏ ਤੇ ਕਰਕੇ ਆ ਗਏ ਤੇ ਫਿਰ ਆਪਣੀ ਜੌਬ ਤੇ ਵਾਪਸ ਚਲੇ ਗਏ, ਜੇ ਕਹਿੰਦੇ ਜੜੋਂ ਮੁਕਾਣੀ ਹੋਏ ਬਿਮਾਰੀ, ਤੇ ਤੁਹਾਨੂੰ ਕੀ ਲੱਗਦਾ ਹੈ ਡਰੱਗ ਦੀ ਸਮੱਸਿਆ ਨੂੰ ਇੱਕ ਬੰਦੇ ਚੋਂ ਕੱਢਣ ਲਈ ਕਿੰਨਾ ਟਾਈਮ ਉਹਨੂੰ ਦੇਣਾ ਚਾਹੀਦਾ ਹੈ ਆਈਡਲੀ? ਰਾਈਟ, ਕਿੰਨਾ ਤੁਹਾਨੂੰ ਲੱਗਦਾ ਹੈ? ਪਹਿਲਾਂ ਤਾਂ ਜਿਹੜਾ ਪੁਰਾਣਾ ਸਵਾਲ ਤੁਹਾਡਾ ਕਿ ਇੰਨਾ ਟਾਈਮ ਇਹ ਟ੍ਰੀਟਮੈਂਟ ਚੱਲਦਾ ਹੈ, ਦਿਸ ਇਜ਼ ਅ ਲਾਈਫ ਲੌਂਗ ਪ੍ਰੋਸੈਸ, ਪੂਰੀ ਉਮਰ ਦੀ ਬਿਮਾਰੀ ਹੈ। ਬਿਕੋਜ਼ ਆਪਾਂ ਸਮਝੀਏ ਬੰਦੇ ਨੇ ਛੱਡਤਾ ਨਸ਼ਾ, ਸਾਲ ਹੋ ਗਿਆ, 2 ਸਾਲ ਹੋ ਗਏ, 3 ਸਾਲ ਹੋ ਗਏ, ਹੁਣ ਉਹਨੇ ਇੱਕ ਵਾਰੀ ਯੂਜ਼ ਕਰ ਲਿਆ, ਹੀ ਮੇ ਲੈਂਡ ਰਾਈਟ ਬੈਕ ਐਟ ਦ ਸਟਾਰਟ, ਯਾਨੀ ਕਿ ਫਿਰ ਸ਼ੁਰੂ ਹੋ ਸਕਦਾ, ਸ਼ੁਰੂ ਤੋਂ ਸ਼ੁਰੂ ਹੋ ਜਾਂਦੀ ਹੈ। ਪੂਰੀ ਉਮਰ ਦੀ ਹੈ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਤੁਸੀਂ ਕਿਹਾ ਕਿ ਚੰਗੀ ਫੈਮਲੀਜ਼ ਦੇ ਲੋਕ ਆ ਗਏ ਜਾਂ ਲੋਕ ਜਿਨ੍ਹਾਂ 'ਚ ਪੇਸ਼ੈਂਸ ਹੈ, ਧੈਰਯ ਹੈ ਕਿ ਅਸੀਂ ਪੂਰੀ ਤਰ੍ਹਾਂ ਜੜੋਂ ਇਹਨੂੰ ਖਾੜਨਾ, ਤਾਂ 10 ਤੋਂ 15 ਦਿਨ ਦਾ ਡੀਟੌਕਸ ਹੁੰਦਾ ਜਿਹਦੇ ਵਿੱਚ ਅਸੀਂ ਐਡਮਿਟ ਕਰਦੇ ਹਾਂ, ਅਸੀਂ ਉਹਨੂੰ ਇੰਜੈਕਟੇਬਲ ਟ੍ਰੀਟਮੈਂਟ ਦੇਵਾਂਗੇ। ਉਹ ਟਾਈਮ ਹੈ ਜਦੋਂ ਆਬਜ਼ਰਵ ਵੀ ਕਰ ਰਹੇ ਹੋ, ਰੱਖ ਕੇ ਉਹਨੂੰ ਅਸੀਂ ਐਡਮਿਟ ਕਰਕੇ ਆਬਜ਼ਰਵ ਕਰ ਰਹੇ ਹੋ, ਠੀਕ ਹੈ। ਪਹਿਲਾਂ ਅਸੀਂ ਉਹਨੂੰ ਇੰਜੈਕਟੇਬਲਸ ਦੇਵਾਂਗੇ, ਇੰਜੈਕਸ਼ਨਸ, ਫਿਰ ਅਸੀਂ ਉਹਨੂੰ ਓਰਲ ਟੈਬਲੇਟਸ ਦੇ ਕੇ ਹੌਲੀ ਹੌਲੀ ਟੇਪਰ ਯਾਨੀ ਕਿ ਘਟਾ ਕੇ ਬੰਦ ਕਰ ਦਿੰਦੇ ਹਾਂ। ਜਦੋਂ ਦਵਾਈਆਂ ਬੰਦ ਹੋ ਗਈਆਂ ਫਿਰ ਅਸੀਂ ਉਹਨੂੰ ਰੀਹੈਬ ਸੈਂਟਰ, ਰੀਹੈਬਿਲਿਟੇਸ਼ਨ ਸੈਂਟਰਸ 'ਚ ਭੇਜਦੇ ਹਾਂ, ਜਿੱਥੇ ਫਿਰ ਅਸੀਂ ਸੁਜੈਸਟ ਕਰਦੇ ਹਾਂ ਕਿ ਐਟਲੀਸਟ 3 ਤੋਂ 6 ਮਹੀਨੇ ਉਹ ਪੇਸ਼ੈਂਟ ਰਵੇ। ਉਸ ਦੌਰਾਨ ਉਹਦੀ ਕਾਉਂਸਲਿੰਗ ਹੁੰਦੀ ਹੈ, ਉਹਦੀ ਡੇ ਸਟਰਕਚਰਿੰਗ ਹੁੰਦੀ ਹੈ। ਉਹ ਇੱਕ ਰਿਫਲੈਕਸ਼ਨ ਐਕਸਰਸਾਈਜ਼ ਆ ਜਿੱਥੇ ਪੇਸ਼ੈਂਟ ਸਮਝਦਾ ਕਿ ਮੈਂ ਨਸ਼ੇ ਵੱਲ ਕਿਉਂ ਗਿਆ, ਮੈਂ ਨਸ਼ਾ ਕਿਉਂ ਕਰਦਾ ਸੀ ਤੇ ਮੈਂ ਹੁਣ ਨਸ਼ੇ ਤੋਂ ਦੂਰ ਕਿਵੇਂ ਰਹੂੰਗਾ। ਸੋ ਉੱਥੇ ਜਿੰਨਾ ਟਾਈਮ ਲਾ ਲੇ ਬੰਦਾ ਉਹਨਾਂ ਘੱਟ। ਓਕੇ, ਜਦੋਂ ਤੁਸੀਂ ਦੱਸਿਆ ਕਿ ਇਹ ਅੰਦਰ ਸਾਡੇ ਸਰੀਰ ਨੂੰ ਹੀ ਚੇਂਜ ਕਰ ਦਿੰਦਾ ਹੈ, ਇਨ ਅ ਵੇ ਸਾਡੇ ਡੀਐਨਏ ਦਾ ਹੀ ਇੱਕ ਤਰ੍ਹਾਂ ਖੇਲ ਕਰ ਦਿੰਦਾ, ਉਹਨੂੰ ਬਦਲ ਦਿੰਦਾ ਬੰਦੇ ਨੂੰ, ਕੀ ਉਹ ਰਿਵਰਸ ਹੋ ਸਕਦਾ ਹੈ ਕੰਪਲੀਟਲੀ? ਜੇ ਤੁਸੀਂ ਸਾਇੰਟੀਫਿਕਲੀ ਪੁੱਛ ਰਹੇ ਹੋ ਤਾਂ ਹੁਣ ਜਿਵੇਂ ਕੋਕੇਨ ਹੈ, ਕੋਕੇਨ ਸਾਡੇ ਬਲੱਡ ਵਿੱਚ ਰਹਿੰਦਾ 30 ਤੋਂ 60 ਮਿੰਟ, ਬਟ ਜੇ ਅਸੀਂ ਗੱਲ ਕਰਦੇ ਹਾਂ ਸਟੱਡੀਜ਼ ਦੀ, ਉਹ ਕਹਿੰਦੇ ਕਿ ਬਲੱਡ ਸਪਲਾਈ 1 ਸਾਲ ਤੱਕ ਤੁਹਾਡੇ ਜਿਹੜਾ ਫਰੰਟਲ ਲੋਬ ਹੈ 1 ਸਾਲ ਤੱਕ ਆਲਟਰਡ ਰਹਿੰਦੀ ਹੈ। ਜੈਨੇਟਿਕਲੀ देयर आर ਮਾਰਕਰਸ ਕਿ ਜੇ ਤੁਹਾਡੇ ਫਾਦਰ ਐਡਿਕਟ ਸੀਗੇ, देयर आर सम जीन्स दैट हैव बीन ਆਈਡੈਂਟੀਫਾਈਡ, ਜਿਹੜੀ ਕਿ ਜੇ ਤੁਹਾਡੇ 'ਚ ਵੀ ਮੌਜੂਦ ਹੋਣ ਤਾਂ ਤੁਹਾਡੇ 'ਚ ਵੀ ਐਡਿਕਸ਼ਨ ਦਾ ਪੋਟੈਂਸ਼ੀਅਲ ਵੱਧਦਾ। ਸੋ ਇਹਦਾ ਵੀ ਕੋਈ ਸਟ੍ਰੇਟ ਫਾਰਵਰਡ ਆਨਸਰ ਨਹੀਂ ਹੈ ਕਿ ਕਿਆ ਉਹ ਨਿਕਲ ਸਕਦਾ। ਜੇ ਤੁਸੀਂ ਕੋਈ ਚੀਜ਼ ਲਈ ਹੈ, ਉਹਨੇ ਜੇ ਤੁਹਾਡਾ ਜੈਨੇਟਿਕ ਲੈਵਲ ਤੇ ਕੋਈ ਚੇਂਜ ਲੈ ਕੇ ਆਇਆ, ਇਟ ਮੇ ਬੀ ਪਾਸਡ ਔਨ ਟੂ ਦ ਫਿਊਚਰ ਜਨਰੇਸ਼ਨਸ ਆਲਸੋ। that's even more scary ਬਿਲਕੁਲ ਜੀ, ਐਕਚੁਅਲੀ। ਅੱਛਾ, ਪੰਜਾਬ ਦੇ ਵਿੱਚ ਤੁਸੀਂ ਇਹਦੇ ਨਸ਼ੇ ਦੇ ਅਗੇਂਸਟ ਜਿਹੜੀ ਲੜਾਈ ਹੈ ਉਹਨੂੰ ਸਾਨੂੰ ਕਿੱਥੇ ਖੜਾ ਦੇਖਦੇ ਹੋ ਇਸ ਵੇਲੇ? ਆਰ ਵੀ ਔਨ ਦ ਰਾਈਟ ਪਾਥ ਜਾਂ ਕੁਝ ਕਰੈਕਟਿਵ ਮੈਜਰਸ ਹਲੇ ਮੇਜਰਲੀ ਲੈਣ ਦੀ ਜ਼ਰੂਰਤ ਹੈ, ਤੇ ਕੀ ਹੋ ਸਕਦਾ ਹੈ ਜਿਹਦੇ ਨਾਲ ਇਹ ਇਸ ਲਾਨਤ ਤੋਂ ਪਿੱਛਾ ਛੁੱਟ ਸਕੇ? ਦੇਖੋ, ਇਟਸ ਅ ਕੰਬਾਈਨਡ ਐਫਰਟ। ਇਟਸ ਨਾਟ ਕਿ ਅਸੀਂ ਬੋਲੀਏ ਕਿ ਇਕੱਲਾ ਹੈਲਥ ਕੇਅਰ ਲੈਕਿੰਗ ਹੈ ਜਾਂ ਅਸੀਂ ਕਹੀਏ ਪੁਲਿਸ ਐਡਮਿਨਿਸਟ੍ਰੇਸ਼ਨ ਲੈਕਿੰਗ ਹੈ, ਅਸੀਂ ਐਜ਼ ਅ ਸੋਸਾਇਟੀ ਲੈਕਿੰਗ ਆ ਅੱਜ ਦੇ ਦਿਨ 'ਚ। ਜੇ ਅਸੀਂ ਬਚਪਨ ਤੋਂ ਲੈ ਕੇ ਚੱਲੀਏ ਫਰੋਮ ਦੀ ਏਜ ਆਫ 10, ਇਫ ਯੰਗ ਬॉयਜ਼ ਯੰਗ ਗਰਲਸ, ਉਹਨਾਂ ਨੂੰ ਐਜੂਕੇਟ ਕੀਤਾ ਜਾਵੇ, ਉਹਨਾਂ ਨੂੰ ਅਵੇਅਰਨੈਸ ਲਿਆਈ ਜਾਵੇ, ਡਰੱਗ ਅਵੇਅਰਨੈਸ ਅਸੀਂ ਵਧਾਈ ਹੈ, ਐਂਡ ਵੀ ਟੇਕ ਦੈਟ ਥਰੂ ਸਕੂਲਸ ਐਂਡ ਕਾਲਜਸ, ਤਾਂ ਕਿ ਇੱਕ ਸੈਂਸਿਟਾਈਜ਼ੇਸ਼ਨ ਰਵੇ, ਦੈਟ ਇਜ਼ ਵਨ ਥਿੰਗ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਕਿ ਵੇਰਾ ਵੀ ਟੁਡੇ ਵੀ ਆਰ ਡੈਫੀਨਿਟਲੀ ਟੇਕਿੰਗ ਅ ਫਿਊ ਰਾਈਟ ਸਟੈਪਸ। ਨੇਬਰਿੰਗ ਸਟੇਟਸ ਕਈ ਚੀਜ਼ਾਂ ਸਾਡਾ ਟੈਂਪਲੇਟ ਲੈ ਕੇ ਸਾਡੇ ਤੋਂ ਸਿੱਖਦੇ ਵੀ ਨੇ ਜੀ। ਫੋਰ ਐਗਜ਼ਾਮਪਲ ਹਰਿਆਣਾ ਸਾਡੇ ਓਟ ਪ੍ਰੋਗਰਾਮ ਤੋਂ ਕਈ ਵਾਰੀ ਇਨਸਪੀਰੇਸ਼ਨ ਲੈਂਦਾ, ਐਂਡ ਅਸੀਂ ਸਕਸੈਸਫੁਲੀ ਬਹੁਤ ਐਡਿਕਟ ਟ੍ਰੀਟ ਵੀ ਕਰ ਰਹੇ ਹਾਂ। ਬਟ ਇਜ਼ ਦੇयर ਸਕੋਪ ਫॉर ਗਰੋਥ? देयर इज ट्रेमेंडस ਸਕੋਪ, ਬਿਕੋਜ਼ ਜਿਹੜਾ ਸਵਾਲ ਪੁੱਛਿਆ ਕਿ ਅਸੀਂ ਜਿਹੜੇ ਚੰਗੇ ਪੇਸ਼ੈਂਟਸ ਨੇ ਜਾਂ ਜਿਹੜੇ ਪੇਸ਼ੈਂਟਸ ਨਾਲੇ ਟ੍ਰੀਟਮੈਂਟ ਲੈ ਸਕਦੇ ਆ, ਉਹਨਾਂ ਲਈ ਅਸੀਂ ਕੀ ਫੈਸਿਲਿਟੀ ਪ੍ਰੋਵਾਈਡ ਕਰ ਰਹੇ ਹਾਂ, ਤਾਂ ਅਸੀਂ ਵਧੀਆ ਫੈਸਿਲਿਟੀ ਹਲੇ ਨਹੀਂ ਪ੍ਰੋਵਾਈਡ ਕਰ ਰਹੇ। ਸੋ ਜਿਹੜੀ ਫੈਸਿਲਿਟੀਜ਼ ਹੈ ਉਹ ਬੈਟਰ ਹੋ ਸਕਦੀਆਂ ਨੇ, ਹੋਰ ਜ਼ਿਆਦਾ ਬਹੁਤ ਸਕੋਪ ਹੈ ਉੱਥੇ। ਤੇ ਸਕੋਪ ਇੱਥੇ ਵੀ ਬਹੁਤ ਹੈ ਕਿ ਇਹ ਨਸ਼ੇ ਦੀ ਜਿਹੜੀ ਅਵੇਲੇਬਿਲਿਟੀ ਉਹ ਹੀ ਨਹੀਂ ਖਤਮ ਹੋ ਰਹੀ। ਬਿਲਕੁਲ, ਅਸੀਂ ਇਹੀ ਸੁਣਦੇ ਆ ਰਹੇ ਹਾਂ ਕਿ ਨਸ਼ਾ ਬਹੁਤ ਕਰਦੇ ਆ ਲੋਕੀ, ਨਸ਼ਾ ਬਹੁਤ ਕਰਦੇ ਆ, ਉਹ ਉਹਨਾਂ ਨੂੰ ਪ੍ਰੋਵਾਈਡ ਕਿੱਥੋਂ ਹੋ ਰਿਹਾ ਹੈ, ਉਹਦੀਆਂ ਜੜ੍ਹਾਂ ਤੱਕ ਹੀ ਨਹੀਂ ਅਸੀਂ ਪਹੁੰਚ ਪਾ ਰਹੇ। ਉੱਥੇ ਸਾਡੀ ਬਹੁਤ ਵੱਡੀ ਨਾਕਾਮੀ ਹੈ। ਤੁਸੀਂ ਜ਼ਿਆਦਾ ਬਿਹਤਰ ਜਾਣਦੇ ਹੋ ਕਿ ਨਸ਼ਾ ਪੈਨੀਟ੍ਰੇਟ ਹੋ ਕੇ ਪਹੁੰਚ ਰਿਹਾ ਮਾਰਕੀਟ 'ਚ, ਜੇ ਇੰਨੀ ਈਜ਼ੀਲੀ ਅਵੇਲੇਬਲ ਹੋ ਰਿਹਾ ਤਾਂ ਹੀ ਲੋਕ ਖਾ ਰਹੇ ਨੇ। ਕੀ ਪਾਬੰਦੀਆਂ ਲੱਗ ਜਾਣਾ
ਫॉर ਐਗਜ਼ਾਮਪਲ ਐਟਲੀਸਟ ਜਿਹੜੇ ਲੈਜਿਟ ਕੀਤੇ ਹੋਏ ਨੇ ਨਸ਼ੇ ਸਰਕਾਰ ਨੇ ਐਕਸਾਈਜ਼ ਕਮਾਉਣ ਲਈ, ਜਿੱਦਾਂ ਸ਼ਰਾਬ ਕਰ ਲਈ ਆਪਾਂ ਗੱਲ, ਜੇ ਇਹਨਾਂ ਤੇ ਕਈ ਸਟੇਟਸ ਨੇ ਬੈਨ ਲਗਾ ਦਿੱਤਾ, ਕੀ ਇਦਾਂ ਦੇ ਬੈਨ ਇਫੈਕਟਿਵ ਹੁੰਦੇ ਨੇ? ਜੇ ਅਸੀਂ ਗੱਲ ਕਰਦੇ ਆ ਬੈਨਸ ਦੀ, ਤਾਂ ਹੁਣ ਗੁਜਰਾਤ, as you know, liquor is banned. ਜੀ, ਬਿਹਾਰ ਇਜ਼ ਵਨ ਸਟੇਟ, ਬਿਹਾਰ is another one. ਬਟ ਗੁਜਰਾਤ ਵਿੱਚ illegal liquor sale ਦੀ ਅਸੀਂ ਗੱਲ ਕਰੀਏ ਤਾਂ that is a massive industry. So that is again not a preventive measure. But ਹਾਂ ਠੀਕ ਹੈ, it's a step in the right direction. ਕੁਝ ਲੋਕਾਂ 'ਚ ਫਰਕ ਵੀ ਪਊਗਾ, ਬਟ ਉਹੀ ਗੱਲ ਹੈ ਕਿ it has to be approached from all fronts. ਹੁਣ ਪੰਜਾਬ ਵਿੱਚ ਅਸੀਂ glorify ਕਰ ਰਹੇ ਹਾਂ ਕਿਉਂਕਿ ਤੁਸੀਂ ਡਾਕਟਰ ਹੋ, ਤੁਸੀਂ ਇਹ ਸਾਰੇ ਹਾਲਾਤਾਂ ਨੂੰ ਸਭ ਤੋਂ ਜ਼ਿਆਦਾ ਕਲੋਜ਼ ਦੇਖਦੇ ਹੋ, ਬਿਕਾਜ਼ ਤੁਹਾਡੇ ਕੋਲ ਇੱਕ ਬੰਦਾ ਨਸ਼ੇ ਦੀ ਲੱਤ ਲਵਾ ਕੇ ਪਹੁੰਚਦਾ ਹੈ, ਗੁੱਸਾ ਤੇ ਕਦੀ ਅੰਦਰੋਂ ਐਜ਼ ਅ ਹਿਊਮਨ ਬੀਇੰਗ ਬੜਾ ਆਉਂਦਾ ਹੋਣਾ ਕਿ ਇਹਨਾਂ ਤੱਕ ਨਸ਼ਾ ਪਹੁੰਚ ਹੀ ਕਿੱਦਾਂ ਰਿਹਾ ਹੈ, ਨਾ ਪਹੁੰਚੇ, ਨਾ ਇਦਾਂ ਦੀ ਲੱਤ ਲੱਗੇ, ਨਾ ਇਦਾਂ ਦੀ ਨਰਕ ਉਹਨਾਂ ਦੀ ਜ਼ਿੰਦਗੀ ਹੋਵੇ। ਬਿਲਕੁਲ, ਇਹ ਫਰਸਟ੍ਰੇਸ਼ਨ ਦਾ ਕਾਰਨ ਤੇ ਬਣਦਾ ਹੋਏਗਾ ਡਾਕਟਰ ਸਾਹਿਬ। ਬਿਲਕੁਲ ਬਣਦਾ ਹੈ ਜੀ, ਇਟਸ ਐਨ ਅਪਹਿਲ ਬੈਟਲ, ਯਾਨੀ ਕਿ ਪਹਾੜ ਚੜਿਆ ਜਾ ਰਿਹਾ, ਮਤਲਬ ਤੁਸੀਂ ਇੱਕ ਚੀਜ਼ ਨੂੰ ਕਰਬ ਕਰਕੇ ਕਰੈਕਟ ਕਰਕੇ ਭੇਜੀ ਜਾ ਰਹੇ ਹੋ, ਲੇਕਿਨ ਪਿੱਛੋਂ ਉਸ ਤਰ੍ਹਾਂ ਦੇ ਡਰੱਗ ਐਡਿਕਟਸ ਬਣਨੇ ਹੀ ਬੰਦ ਨਹੀਂ ਹੋ ਰਹੇ ਹੈ, ਕਿਉਂਕਿ ਉਹਨਾਂ ਕੋਲ ਸਪਲਾਈ ਚੇਨ ਜਿਹੜੀ ਹੈ ਉਹ ਨਹੀਂ ਟੁੱਟ ਰਹੀ ਹੈ। ਸਰਕਾਰ ਕਹਿ ਲਓ, ਸਾਡੇ ਐਡਮਿਨਿਸਟ੍ਰੇਸ਼ਨ ਕਹਿ ਲਓ, ਇੱਕ ਬੜਾ ਵੱਡਾ ਫੇਲੀਅਰ ਹੈ, ਕਿਉਂਕਿ ਉਹ ਦੁਬਾਰਾ ਹੋਰ ਨਸ਼ੇੜੀ ਬਣਾਈ ਜਾ ਰਹੇ ਨੇ। ਅਵੇਲੇਬਿਲਿਟੀ ਹੋ ਜਾਣਾ ਵੀ ਇੱਕ ਵੱਡੀ ਸਮੱਸਿਆ ਹੈ। ਬਿਲਕੁਲ, ਔਰ ਇੱਕ ਸਪਲਾਈ ਚੇਨ ਜਿਹੜੀ ਹੈ ਉਹਨੂੰ ਠੀਕ ਕਰਨਾ ਬਹੁਤ ਵੱਡੀ ਜ਼ਰੂਰਤ ਹੈ। ਡਾਕਟਰ ਸਾਹਿਬ, ਆਲਮੋਸਟ ਮੈਨੂੰ ਲੱਗਦਾ ਮੈਂ ਸਾਰੇ ਸਵਾਲਾਂ ਦੇ ਤੁਹਾਡੇ ਤੋਂ ਜਵਾਬ ਲੈ ਲਏ ਨੇ। ਵਾਪਸ ਉਸੇ ਗੱਲ ਤੇ ਆਵਾਂਗੀ ਕਿ ਆਰ ਵੀ ਔਨ ਦਾ ਰਾਈਟ ਪਾਥ, ਤੇ ਹੋਰ ਕੀ ਕੁਝ ਕਰਨ ਦੀ ਜ਼ਰੂਰਤ ਹੈ ਜਿਹਦੇ ਨਾਲ ਆਪਾਂ ਕੀ ਕਹਿੰਦੇ ਨਾ ਔਨ ਦਾ ਰਾਈਟ ਟਰੈਕ ਬਟ ਫਾਸਟਰ ਪਹੁੰਚ ਸਕੀਏ। ਇੱਕ ਤਾਂ ਤੁਸੀਂ ਦੱਸਿਆ ਕਿ ਸਿਸਟਮ ਦੇ ਵਿੱਚ ਜਿਹੜੀਆਂ ਕਮੀਆਂ ਹੈ, ਜਿਹੜੀਆਂ ਫੋਰ ਐਗਜ਼ਾਮਪਲ ਹੈਲਥ ਸੈਂਟਰਸ ਹੀ ਕਹਿ ਲਓ ਜਾਂ ਦਵਾਈਆਂ ਕਹਿ ਲਓ, ਬੈੱਡ ਕਹਿ ਲਓ, ਅਵੇਲੇਬਿਲਿਟੀ ਆਫ ਸਟਾਫ ਕਹਿ ਲਓ, ਇਹ ਸਭ ਦਰੁਸਤ ਕਰਨ ਦੀ ਜ਼ਰੂਰਤ ਹੈ। ਕੁਝ ਹੋਰ ਕੜੇ ਐਕਸਪੀਰੀਐਂਸਿਸ ਜਿਹੜੇ ਤੁਸੀਂ ਸਿੱਧੇ ਕਹਿਣਾ ਚਾਹੋ ਕਿ ਇਹ ਜ਼ਿਆਦਾ ਜ਼ਰੂਰੀ ਨੇ, ਨਹੀਂ ਤੇ ਨਸ਼ੇ ਨਹੀਂ ਖਤਮ ਹੋਣੇ? ਜੇ ਅਸੀਂ ਗੱਲ ਕਰਦੇ ਆ ਕਲਚਰਲੀ, ਜਿਹੜਾ ਅਸੀਂ ਸੈਲੀਬ੍ਰੇਟ ਕਰਦੇ ਆ ਨਸ਼ਿਆਂ ਨੂੰ, ਵੀ ਸੈਲੀਬ੍ਰੇਟ ਐਲਕੋਹਲ, ਵੀ ਸੈਲੀਬ੍ਰੇਟ ਦਿਸ ਪਾਰਟੀ ਕਲਚਰ। ਜੇ ਅਸੀਂ ਜਿਹੜੇ ਸਾਡੇ ਯੂਥ ਆਈਡਲਸ ਨੇ, ਸਾਡੇ ਸਿੰਗਰਸ ਨੇ, ਦੇ ਕੁਡ ਸਟਾਰਟ ਡਰਗ ਅਵੇਅਰਨੈਸ ਕੈਂਪੇਨਸ, ਦੇ ਕੁਡ ਬਿਕਮ ਪੋਜ਼ਿਟਿਵ ਰੋਲ ਮਾਡਲਸ। ਜੀ, that is something that could be done on a entertainment aspect. ਜੇ ਅਸੀਂ ਹੈਲਥ ਕੇਅਰ ਦੀ ਗੱਲ ਕਰਦੇ ਆ ਤਾਂ ਉਹੀ ਗੱਲ ਹੈ ਕਿ rather than ਅਸੀਂ ਇੱਕ ਲੇਬਲ ਕਰਤਾ ਐਡਿਕਟ ਨੂੰ, ਤੂੰ ਮਾੜਾ ਹੈ, ਤੂੰ ਨਸ਼ੇ ਕਰਦਾ, ਤੂੰ ਨਸ਼ੇੜੀ ਹੈ, ਉਹਨੂੰ ਨਕਾਰ ਕੇ ਅਸੀਂ ਹੋਰ ਉਹਨੂੰ ਇਨਸਟੀਗੇਟ ਕਰੀਏ ਕਿ ਉਹਨੂੰ ਨਸ਼ਾ ਹੋਰ ਉਸ ਨਸ਼ੇ ਵੱਲ ਜਾਵੇ। ਅਸੀਂ ਥੋੜੀ ਹਮਦਰਦੀ ਦਿਖਾਈਏ, ਅਸੀਂ ਸਮਝੀਏ ਕਿ ਇਹ ਇਕੱਲਾ ਇਸ ਚੀਜ਼ ਵਿੱਚ ਇਨਵੋਲਵ ਨਹੀਂ, ਇਹਦੀ ਪੂਰੀ ਫੈਮਿਲੀ ਇਨਵੋਲਵਡ ਆ, ਐਂਡ ਅਸੀਂ ਬਿਮਾਰੀ ਨੂੰ ਕਲੈਕਟਿਵਲੀ ਟੈਕਲ ਕਰੀਏ। ਵੀ ਟੈਕਲ ਦ ਮਦਰ, ਦ ਫਾਦਰ, ਦ ਬ੍ਰਦਰ, ਦ ਬੈਸਟ ਫਰੈਂਡ ਜਿਹੜਾ ਉਹਨੂੰ ਨਸ਼ੇ ਵੱਲ ਲੈ ਕੇ ਆਇਆ, ਸਾਰੀ ਚੀਜ਼ਾਂ ਨੂੰ ਕੰਬਾਈਨਡ ਅਸੀਂ ਅਪਰੋਚ ਕਰੀਏ। ਅਸੀਂ ਟੌਪ ਕੁਆਲਿਟੀ ਦੇ ਰੀਹੈਬਿਲਿਟੇਸ਼ਨ ਸੈਂਟਰਸ ਬਣਾਈਏ, ਬਾਹਰੋਂ ਅਸੀਂ ਸਟਾਫ ਲੈ ਕੇ ਆਈਏ, ਅੱਛੇ ਕਾਉਂਸਲਰਸ ਲੈ ਕੇ ਆਈਏ, ਇੱਥੇ ਇਹਨਾਂ ਨੂੰ ਐਡਮਿਟ ਕੀਤਾ ਜਾਵੇ, ਕੁਝ ਫਾਈਨੈਂਸ਼ੀਅਲ ਇਨਸੈਂਟਿਵ ਦਿੱਤਾ ਜਾਵੇ, ਵੋਕੇਸ਼ਨਲ ਟ੍ਰੇਨਿੰਗ ਕਰਾਈ ਜਾਵੇ, ਤਾਂ ਕਿ ਜਦੋਂ ਇਹ ਬੱਚੇ ਨਸ਼ੇ ਚੋਂ ਬਾਹਰ ਨਿਕਲਣ ਇਹਨਾਂ ਕੋਲ ਕੋਈ ਸਕਿੱਲ ਸੈਟ ਵੀ ਹੋਵੇ। ਮੈਂ ਉੱਥੇ ਆ ਰਹੀ ਸੀ, ਮੈਨੂੰ ਲੱਗਦਾ ਕਿ ਉਹ ਲਾਸਟ ਤੁਹਾਡਾ ਕਲੋਜ਼ਿੰਗ ਕਮੈਂਟ ਉਹਦੇ ਤੇ ਲੈਣਾ ਚਾਹੀਦਾ। ਵੀ ਵਰ ਡਿਸਕਸਿੰਗ ਇਟ ਪ੍ਰੀਵੀਅਸਲੀ ਕਿ ਇੱਕ ਬੰਦੇ ਨੂੰ ਨਸ਼ਾ ਛਡਾਣਾ ਮਤਲਬ ਕੀ? ਮਤਲਬ ਇਹ ਕਿ ਉਹ ਨਸ਼ਾ ਨਹੀਂ ਦੁਬਾਰਾ ਲੈ ਰਿਹਾ, ਜਾਂ ਮਤਲਬ ਇਹ ਕਿ ਉਹ ਸੋਸਾਇਟੀ 'ਚ ਵਾਪਸ ਜਾਣ ਲਾਇਕ ਬਣਾਇਆ ਜਾਏ, ਉਹਦੀ ਮੈਂਟਲ, ਉਹਦੀ ਫਿਜ਼ੀਕਲ ਹੈਲਥ ਤੇ ਕੰਮ ਕੀਤਾ ਜਾਏ। That is exactly what you said. In my opinion, every one of us, ਅਸੀਂ ਸਾਰੇ ਕਿਸੇ ਨਾ ਕਿਸੇ ਨਸ਼ੇ ਤੋਂ ਪੀੜਿਤ ਹੈਗੇ ਆ। ਠੀਕ ਹੈ, ਐਡਿਕਸ਼ਨ ਇਜ਼ ਨਾਟ ਜਸਟ ਕਿ ਸਬਸਟੈਂਸ ਐਡਿਕਸ਼ਨ, ਕਈ ਲੋਕਾਂ ਨੂੰ ਫੋਨ ਐਡਿਕਸ਼ਨ ਹੈ, ਕਿਸੇ ਨੂੰ ਇੰਟਰਨੈਟ ਐਡਿਕਸ਼ਨ ਹੈ। ਸੋ ਨਸ਼ਾ ਇਜ਼ ਨਾਟ ਜਸਟ ਕਿ ਅਸੀਂ ਗੋਲੀ ਖਾ ਲਈ, ਅਸੀਂ ਇੰਜੈਕਟ ਕਰ ਲਿਆ। ਪ੍ਰਾਇਮਰੀ ਸਾਡਾ ਪ੍ਰੋਰੋਗੇਟਿਵ, ਪ੍ਰਾਇਮਰੀ ਸਾਡਾ ਪਰਪਸ ਇਹ ਹੋਣਾ ਚਾਹੀਦਾ ਹੈ ਕਿ ਲੋਕਾਂ ਨੂੰ ਪ੍ਰੋਡਕਟਿਵ ਬਣਾਈਏ, ਸੋਸਾਇਟੀ ਦਾ ਉਹ ਉਧਾਰ ਕਰਨ, ਨਾ ਕਿ ਨੁਕਸਾਨ ਕਰਨ, ਆਪਣੀ ਫੈਮਿਲੀ ਨੂੰ ਅੱਗੇ ਲੈ ਕੇ ਜਾਣ, ਆਪਣੀ ਸਿਹਤ ਦਾ ਧਿਆਨ ਰੱਖਣ। ਦੈਟ ਸ਼ੁੱਡ ਬੀ ਦਾ ਪ੍ਰਾਇਮਰੀ ਪਰਪਸ। ਆਲਰਾਈਟ ਡਾਕਟਰ ਸਾਹਿਬ, ਬਹੁਤ ਕੁਝ ਤੁਹਾਡੇ ਕੋਲੋਂ ਅੱਜ ਸਮਝਣ ਨੂੰ ਤੇ ਜਾਣਨ ਨੂੰ ਮਿਲਿਆ, ਤੇ ਮੈਂ ਤੁਹਾਨੂੰ ਇਹ ਦਰਖਾਸਤ ਜ਼ਰੂਰ ਕਰਾਂਗੀ ਆਪਣੇ ਦਰਸ਼ਕਾਂ ਦੇ ਬਿਹਾਫ ਤੇ ਕਿ ਮੈਨੂੰ ਯਕੀਨ ਹੈ ਕਿ ਅੱਜ ਦੀ ਜਿਹੜੀ ਸਾਡੀ ਗੱਲਬਾਤ ਸੁਣ ਕੇ ਬਹੁਤ ਸਾਰੇ ਸਵਾਲ ਹੋਣਗੇ ਜਿਹੜੇ ਜਨਤਾ ਦੇ ਮਨ 'ਚ ਹੋਣਗੇ। ਮੈਂ ਤੁਹਾਨੂੰ ਵੀ ਰਿਕੁਐਸਟ ਕਰਾਂਗੀ ਕਿ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਸਵਾਲ ਭੇਜਿਓ। ਅਸੀਂ ਡਾਕਟਰ ਸਾਹਿਬ ਨੂੰ ਦੁਬਾਰਾ ਰਿਕੁਐਸਟ ਕਰਾਂਗੇ ਕਿ ਉਹ ਫਿਰ ਆਉਣ ਸਾਡੇ ਨਾਲ ਗੱਲਬਾਤ ਕਰਨ ਲਈ, ਤਾਂ ਕਿ ਆਪਾਂ ਇਸ ਟੌਪਿਕ ਨੂੰ ਦੁਬਾਰਾ ਡਿਸਕਸ ਕਰੀਏ। ਜੇ ਕਿਸੇ ਦੇ ਮਨ 'ਚ ਕੋਈ ਕੁਐਰੀਜ਼ ਆਉਂਦੀਆਂ ਸਾਨੂੰ ਜ਼ਰੂਰ ਲਿਖਿਓ, ਕਿਉਂਕਿ ਇਹ ਇੱਕ ਇੱਦਾਂ ਦੀ ਲਾਨਤ ਹੈ ਜਿਹੜੀ ਕੱਲੀ ਸਰਕਾਰ ਜਾਂ ਕੱਲੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਛੱਡ ਕੇ ਖਤਮ ਨਹੀਂ ਹੋਣੀ ਹੈਗੀ, ਕਿਉਂਕਿ ਸਾਰੇ ਜਿਹੜੇ ਭੁਗਤ ਭੋਗੀ ਨੇ ਉਹ ਜ਼ਿਆਦਾ ਜਾਣਦੇ ਨੇ ਕਿ ਇਹ ਰੋਜ਼ ਦੀ ਲੜਾਈ ਹੈ, ਰੋਜ਼ ਹਰ ਘਰ 'ਚ ਇਹ ਲੜਾਈ ਹੈ ਜਿੱਥੇ ਕੋਈ ਨਸ਼ਾ ਕਰਦਾ ਹੈ। ਇਕੱਠੇ ਖੁਦ ਜ਼ਿੰਮੇਵਾਰੀ ਲੈ ਕੇ ਲੜਨੀ ਪੈਣੀ ਹੈ, ਇਕੱਲੇ ਡਾਕਟਰਸ ਤੇ ਵੀ ਬੋਝ ਨਹੀਂ ਪਾ ਸਕਦੇ ਹਾਂ, ਕਿਉਂਕਿ ਜਦੋਂ ਅਸੀਂ ਇਹਨਾਂ ਤੱਕ ਪਹੁੰਚਦੇ ਹਾਂ ਨਾ, ਬਹੁਤ ਬੱਤਰ ਹਾਲਾਤਾਂ 'ਚ ਅਸੀਂ ਆਪਣਾ ਮਰੀਜ਼ ਲੈ ਕੇ ਪਹੁੰਚਦੇ ਹਾਂ।
ਸੋ ਤਰਸ ਥੋੜਾ ਡਾਕਟਰਾਂ ਤੇ ਵੀ ਖਾਣ ਦੀ ਜ਼ਰੂਰਤ ਹੈ ਕਿ ਕਿੰਨੀ ਅਸੀਂ ਮਿਜ਼ਰੇਬਲ ਹਾਲਾਤ 'ਚ ਆਪਣਾ ਪੇਸ਼ੈਂਟ ਲੈ ਕੇ ਜਾਂਦੇ ਹਾਂ ਤੇ ਫਿਰ ਚਾਹੁੰਦੇ ਹਾਂ ਕਿ ਕੋਈ ਚਮਤਕਾਰ ਹੋ ਜਾਏ ਤੇ ਉਹ ਠੀਕ ਹੋ ਜਾਣ। ਘਰੋਂ ਬਹੁਤ ਸਾਰੇ ਕਰੈਕਟਿਵ ਮੈਜਰਸ ਸਾਨੂੰ ਕਰਨ ਦੀ ਜ਼ਰੂਰਤ ਹੈ, ਪਰ ਤੁਹਾਡੇ ਮਨ 'ਚ ਜਿਹੜੇ ਸਵਾਲ ਨੇ ਉਹ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖਿਓ। ਮੈਂ ਵਾਅਦਾ ਕਰਦੀ ਹਾਂ ਵਿਲ ਬ੍ਰਿੰਗ ਡਾਕਟਰ ਸਾਹਿਬ ਅਗੇਨ ਬੈਕ ਔਨ ਦ ਸ਼ੋ ਐਂਡ ਵਿਲ ਡਿਸਕਸ ਇਟ ਕਿ ਜੋ ਵੀ ਤੁਹਾਡੇ ਮਨ ਦੀਆਂ ਕੁਐਰੀਜ਼ ਹੈ ਉਹ ਅਸੀਂ ਐਡਰੈਸ ਕਰਾਂਗੇ ਬਾਈ ਨੇਮ। ਤੁਹਾਡਾ ਅਸੀਂ ਸਵਾਲ ਲਵਾਂਗੇ ਡਾਕਟਰ ਸਾਹਿਬ ਤੋਂ ਤਾਂ ਕਿ ਇਸ ਸਮੱਸਿਆ ਦਾ ਸਮਾਧਾਨ ਹੋ ਸਕੇ। ਅੱਜ ਸਕਾਈਜ਼ ਨਿਊਜ਼ ਪੰਜਾਬ ਤੇ ਫਿਲਹਾਲ ਮੇਰੇ ਨਾਲ ਇੰਨਾ ਹੀ। ਡਾਕਟਰ ਸਾਹਿਬ ਬਹੁਤ ਬਹੁਤ ਥੈਂਕਸ ਤੁਹਾਡਾ, ਇੰਨਾ ਖੁੱਲ ਕੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿੱਤਾ। ਉਮੀਦ ਹੈ ਜਨਤਾ ਨੂੰ ਇਹਦੇ ਤੋਂ ਬਹੁਤ ਹੈਲਪ ਮਿਲੇਗੀ। ਥੈਂਕ ਯੂ ਸੋ ਮਚ ਫॉर योर ਟਾਈਮ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਦੇਖਣ ਦਾ। ਤੁਹਾਨੂੰ ਸਾਡਾ ਇਹ ਅੱਜ ਦਾ ਟੌਪਿਕ ਤੇ ਅੱਜ ਦੀ ਡਿਸਕਸ਼ਨ ਪਸੰਦ ਆਈ ਹੋਏ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਸਵਾਲ ਜ਼ਰੂਰ ਭੇਜੋ। ਜ਼ਰੂਰ ਮੈਂ ਵੇਟ ਕਰਾਂਗੀ, ਮੈਂ ਖੁਦ ਪੜਾਂਗੀ ਔਰ ਮੈਂ ਡਾਕਟਰ ਸਾਹਿਬ ਤੱਕ ਤੁਹਾਡੇ ਸਵਾਲ ਜ਼ਰੂਰ ਪਹੁੰਚਾਵਾਂਗੀ। ਸਤਿ ਸ਼੍ਰੀ ਅਕਾਲ।